ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਲੱਗ ਜਾਣ। ਅੱਜ ਦੇ ਸ਼ਬਦ ਰਾਹੀਂ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਜੀ ਪ੍ਰਾਣ ਪ੍ਰਭ ਮਨਹਿ ਆਧਾਰਾ, ਭਗਤ ਜੀਵਹਿ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ, ਹਰਿ ਧਿਆਏ ਧਿਆਏ ਸੁਖ ਪਾਇਆ ਜੀਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ, ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 103 ਔਰ 4 ਉੱਪਰ ਸੁਭਾਈਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਰਾਹੀਂ ਕਿਰਪਾ ਕਰਦੇ ਨੇ ਕਿ ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਵਾਲੇ ਭਗਤ ਸਹਿਬਾਨ ਨੇ, ਇਹਨਾਂ ਦੇ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਇੱਕ ਪਰਮੇਸ਼ਵਰ ਦਾ ਆਸਰਾ ਹੁੰਦਾ ਹੈ, ਔਰ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਾਡਾ ਜੀਵਨ ਪਰਮੇਸ਼ਵਰ ਦੇ ਆਸਰੇ 'ਤੇ ਹੈ। ਸਾਡੇ ਜੀਵਨ ਦੀ ਡੋਰ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਫਿਰ ਉਹ ਕਿਸੇ ਮਨੁੱਖ ਦੀ, ਕਿਸੇ ਅਧੂਰੇ ਦੀ ਟੇਕ ਨਹੀਂ ਲੈਂਦੇ, ਕੇਵਲ ਇੱਕ ਵਾਹਿਗੁਰੂ ਜੀ ਦੇ ਆਸਰੇ ਹੀ ਚੱਲਦੇ ਨੇ। ਤੇ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਸਰੇ ਚੱਲਦਾ ਹੈ, ਉਹ ਫਿਰ ਪਰਵਾਹ ਨਹੀਂ ਕਰਦਾ, ਉਹ ਫਿਰ ਬੇਪਰਵਾਹ ਹੋ ਕੇ ਜੀਵਨ ਜਿਉਂਦਾ ਹੈ। ਜਿਹੜਾ ਇੱਕ ਤੇ ਭਰੋਸਾ ਨਹੀਂ ਕਰਦਾ, ਜਿਹਨੂੰ ਸੰਸਾਰ ਦੇ ਉੱਪਰ ਮਾਇਆਵੀ ਪਦਾਰਥਾਂ ਉੱਪਰ ਭਰੋਸਾ ਹੈ ਕਿ ਇਹਦੇ ਆਸਰੇ ਜ਼ਿੰਦਗੀ ਚੱਲਦੀ ਹੈ, ਫਿਰ ਉਹ ਮਾਇਆ ਦਾ ਮੁਹਤਾਜ ਹੋਇਆ ਹੋਇਆ ਕਈਆਂ ਦੀ ਪਰਵਾਹ ਕਰਦਾ ਹੈ। ਤੇ ਜਦੋਂ ਕਈਆਂ ਦੀ ਪਰਵਾਹ ਹੋਏਗੀ, ਕਦੋਂ ਹੋਏਗੀ? ਜਦੋਂ ਅਸੀਂ ਮਨ ਕਰਕੇ ਮੁਹਤਾਜ ਹੋ ਜਾਵਾਂਗੇ। ਤੇ ਜਿਹੜਾ ਆਪਣੇ ਆਪ ਨੂੰ ਮੁਹਤਾਜ ਸਮਝਦਾ ਹੈ ਕਿ ਹਾਂ, ਇਹ ਦੁਨੀਆ ਵਿੱਚ ਮਾਇਆਵੀ ਪਦਾਰਥ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ, ਤੇ ਫਿਰ ਉਹ ਬੇਪਰਵਾਹੀ ਵਾਲਾ ਜੀਵਨ ਨਹੀਂ ਜਿਉਂਦਾ। ਉਹ ਹਰ ਇੱਕ ਦੀ ਪਰਵਾਹ ਕਰਦਿਆਂ ਮਨ ਵਿੱਚ ਸਹਿਮਿਆ ਰਹਿੰਦਾ ਹੈ, ਹਰ ਵੇਲੇ ਅੰਦਰੋਂ ਡਰਿਆ ਰਹਿੰਦਾ ਹੈ, ਕਿਉਂਕਿ
ਹਰ ਵੇਲੇ ਅੰਦਰੋਂ ਸਹਿਮਿਆ ਰਹਿਣਾ, ਡਰਿਆ ਰਹਿਣਾ, ਇਹ ਬੇਪਰਵਾਹੀ ਵਾਲਾ ਗੁਣ ਨਹੀਂ, ਇਹ ਬੇਮੁਹਤਾਜੀ ਵਾਲੀ ਅਵਸਥਾ ਨਹੀਂ, ਇਹ ਮੁਹਤਾਜ ਵਾਲੀ ਅਵਸਥਾ ਹੈ। ਇਸ ਲਈ ਮਹਾਰਾਜ ਨੇ ਆਖਿਆ ਸੀ ਕਿ ਸੰਸਾਰੀ ਔਰ ਭਗਤ ਸਹਿਬਾਨ ਦੇ ਜੀਵਨ ਦਰਮਿਆਨ ਇਹ ਅੰਤਰ ਹੈ। ਜਿਹੜੇ ਸੰਸਾਰੀ ਲੋਕ ਨੇ ਉਹ ਧਨ ਪਦਾਰਥਾਂ ਤੇ ਅਧੂਰਿਆਂ ਤੇ ਟੇਕ ਰੱਖ ਕੇ ਇਹ ਸੋਚ ਲੈਂਦੇ ਆ ਵੀ ਇਹਦੇ ਆਸਰੇ ਹੀ ਸਾਡਾ ਜੀਵਨ ਚੱਲਦਾ ਹੈ। ਪਰ ਜਿਹੜੇ ਭਗਤ ਸਹਿਬਾਨ ਨੇ ਉਹਨਾਂ ਨੂੰ ਸਮਝ ਆ ਗਈ ਕਿ ਇਹ ਪਰਮੇਸ਼ਵਰ ਦੇ ਆਸਰੇ ਜੀਵਨ ਚੱਲਦਾ ਹੈ। ਤੇ ਇਹ ਸੁਭਾਵਿਕ ਹੈ ਵੀ ਜਿਹਦੀ ਸਮਝ ਆਏਗੀ ਫਿਰ ਪਰਵਾਹ ਵੀ ਅਸੀਂ ਉਹਦੀ ਹੀ ਕਰਾਂਗੇ। ਤੇ ਭਗਤ ਦਾ ਮਤਲਬ ਹੀ ਇਹ ਹੈ ਕਿ ਜਿਹਦੇ ਅੰਦਰ ਭਗਤੀ ਦਾ ਜਾਗ ਲੱਗ ਗਿਆ ਔਰ ਜਿਹਨੂੰ ਗਿਆਨ ਹੋ ਗਿਆ। ਤੇ ਜਦੋਂ ਹੀ ਗਿਆਨ ਹੋਇਆ, ਗਿਆਨ ਕੀ ਹੋਇਆ? ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਦੋਂ ਇਹ ਗਿਆਨ ਹੋ ਗਿਆ ਤੇ ਉਹਨੇ ਮੋਹ ਮਾਇਆ ਦਾ ਤਿਆਗ ਕਰ ਦਿੱਤਾ। ਜਦ ਦੇਵਣ ਵਾਲਾ ਇੱਕ ਹੈ, ਪਾਲਣ ਵਾਲਾ ਇੱਕ ਹੈ, ਸੰਭਾਲਣ ਵਾਲਾ ਇੱਕ ਹੈ, ਤੇ ਫਿਰ ਸੰਸਾਰ ਦੀ ਪਰਵਾਹ ਨਹੀਂ, ਸੰਸਾਰ ਦੀ ਮੁਹਤਾਜੀ ਨਹੀਂ। ਫਿਰ ਉਹ ਇੱਕ ਨਿਰੰਕਾਰ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ ਹੈ। ਔਰ ਭਗਤਾਂ ਤੇ ਸੰਸਾਰੀਆਂ ਦਾ ਕਦੇ ਆਪਸੀ ਮੇਲ ਨਹੀਂ ਹੋਇਆ ਤੇ ਨਾ ਕਦੇ ਹੋਣਾ ਹੈ। ਕਿਉਂਕਿ ਸੰਸਾਰ ਦੇ ਵਿੱਚ ਰਹਿਣ ਵਾਲਾ ਸੰਸਾਰੀ ਜੀਵ ਉਹ ਤ੍ਰੈ ਗੁਣੀ ਜਾਲ ਦੇ ਵਿੱਚ ਹੀ ਫਸਿਆ ਰਹਿ ਜਾਂਦਾ ਹੈ। ਤੇ ਭਗਤ ਜਿਹੜੇ ਹੁੰਦੇ ਆ ਉਹਨਾਂ ਨੇ ਸਾਰੇ ਆਲ ਜੰਜਾਲ ਤੋੜ ਦਿੱਤੇ, ਹਰ ਪ੍ਰਕਾਰ ਤੋਂ ਮੁਕਤ ਹੋ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਜੀ ਪ੍ਰਾਣ ਪ੍ਰਭ ਮਨ ਹੈ ਆਧਾਰਾ, ਭਗਤ ਜੀਵ ਹੈ ਗੁਣ ਗਾਏ ਅਪਾਰਾ। ਜਿਹੜੇ ਭਗਤ ਹੁੰਦੇ ਨੇ, ਆਪ ਜੀ ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਹੋ, ਭਗਤ ਦਾ ਜਿੱਥੇ ਤੱਤਾ ਮੁਕਤ ਹੋ ਗਿਆ ਉੱਥੇ ਭਗਤ ਦੀ ਗੱਲ ਹੋ ਰਹੀ ਹੈ। ਜਿੱਥੇ ਤੱਤੇ ਨੂੰ ਸਿਹਾਰੀ ਲੱਗ ਗਈ ਉੱਥੇ ਭਗਤੀ ਦੀ ਗੱਲ ਹੋ ਰਹੀ, ਉੱਥੇ ਭਗਤ ਨਹੀਂ ਭਗਤੀ ਦੀ ਗੱਲ ਹੋ ਰਹੀ ਹੈ। ਪਰ ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਭਗਤ ਦੀ ਗੱਲ ਹੋ ਰਹੀ ਹੈ ਜਿਹਨੇ ਭਗਤੀ ਕੀਤੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤ ਨੇ। ਭਗਤ ਜੀਵ ਹੈ, ਉਹ ਕਿਸ ਤਰ੍ਹਾਂ ਜਿਉਂਦੇ ਨੇ? ਗੁਣ ਗਾਏ ਅਪਾਰਾ, ਅਪਾਰ ਪਰਮੇਸ਼ਵਰ ਦੇ ਗੁਣ ਗਾ ਕੇ, ਜਿਹਦਾ ਕੋਈ ਵੀ ਪਰਲਾ ਕਿਨਾਰਾ ਨਹੀਂ, ਜਿਹਦਾ ਕੋਈ ਵੀ ਅੰਤ ਨਹੀਂ ਹੈ। ਉਹ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਹੀ ਜੀਵਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੀ ਪ੍ਰਾਣ ਪ੍ਰਭ ਮਨਹਿ ਆਧਾਰਾ, ਜਿਹੜਾ ਸਾਰੇ ਜੀਆਂ ਦਾ ਆਸਰਾ ਹੈ ਉਹੀ ਮੇਰੇ ਮਨ ਦਾ ਆਸਰਾ ਹੈ। ਡੋਲਦਾ ਕੌਣ ਹੈ? ਸਰੀਰ ਨਹੀਂ ਡੋਲਦਾ, ਡੋਲਦਾ ਹੈ ਸਾਡਾ ਮਨ, ਘਬਰਾਉਂਦਾ ਹੈ ਮਨ, ਚਿੰਤਾ ਕਰਦਾ ਹੈ ਮਨ। ਮਨ ਹੀ ਘਬਰਾਉਂਦਾ ਹੈ, ਮਨ ਹੀ ਚਿੰਤਾ ਕਰਦਾ ਹੈ, ਔਰ ਮਨ ਹੀ ਜਿਹੜਾ ਉਹ ਡੋਲਦਾ ਹੈ। ਮਨ ਦੇ ਵਿੱਚ ਹੀ ਸਾਰੀਆਂ ਚਿੰਤਾਵਾਂ ਨੇ। ਜੇ ਡਿਪਰੈਸ਼ਨ ਦੇ ਵਿੱਚ ਵੀ ਕੋਈ ਚਲਾ ਜਾਏ ਤੇ ਮਨ ਕਰਕੇ ਹੀ ਜਾਂਦਾ ਹੈ। ਕਿਉਂ? ਕਿਉਂਕਿ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਇਸ ਮਨ ਦੇ ਉੱਤੇ ਪਿਆ ਹੋਇਆ ਹੈ। ਮਨ ਹਮੇਸ਼ਾ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਹੇਠ ਹੀ ਜੀ ਰਿਹਾ, ਤਾਂ ਹੀ ਤੇ ਸਹਿਮਿਆ ਰਹਿੰਦਾ, ਡਰਿਆ ਰਹਿੰਦਾ, ਘਬਰਾਇਆ ਰਹਿੰਦਾ। ਹੁਣ ਇਹਦੇ ਉੱਤੋਂ ਦੀ ਮਾਇਆਵੀ ਅਸਰ ਨੂੰ ਖਤਮ ਕਰਨਾ ਹੈ, ਮਾਇਆਵੀ ਪ੍ਰਭਾਵ ਇਹਦੇ ਅੰਦਰੋਂ ਖਤਮ ਕਰਨਾ ਹੈ। ਉਹ ਕੌਣ ਕਰੇਗਾ? ਪਰਮੇਸ਼ਵਰ ਦਾ ਸੱਚਾ ਨਾਮ। ਜਿੰਨੇ ਮਰਜ਼ੀ ਦੁਨਿਆਵੀ ਮੰਤਰ ਲੈ ਲਓ, ਜਿੰਨੇ ਮਰਜ਼ੀ ਤੁਸੀਂ
ਆਪਣੇ ਆਪ ਨੂੰ ਬਚਾਉਣ ਲਈ ਧਾਗੇ ਤਵੀਤ ਆਪਣੇ ਨਾਲ ਜੋੜ ਲਓ, ਪਰ ਜਿੰਨਾ ਚਿਰ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ, ਇਹਦਾ ਅਸਰ ਨਹੀਂ ਖਤਮ ਹੁੰਦਾ, ਉਨਾ ਚਿਰ ਤੁਹਾਡੀਆਂ ਚਿੰਤਾਵਾਂ ਨਹੀਂ ਮੁੱਕਣੀਆਂ। ਉਨਾ ਚਿਰ ਅਸੀਂ ਡਿਪਰੈਸ਼ਨ ਚੋਂ ਕਦੇ ਬਾਹਰ ਆ ਹੀ ਨਹੀਂ ਸਕਾਂਗੇ, ਮਨ ਕਦੇ ਅਡੋਲ ਹੋ ਹੀ ਨਹੀਂ ਸਕੇਗਾ। ਹੁਣ ਜੇ ਇਹਦਾ ਅਸਰ ਖਤਮ ਕਰਨਾ ਹੈ ਤਾਂ ਉਹ ਇੱਕੋ ਹੀ ਹੈ, ਪਰਮੇਸ਼ਵਰ ਦਾ ਸੱਚਾ ਨਾਮ, ਜਿਹਦੇ ਰਾਹੀਂ ਇਹਦਾ ਅਸਰ ਖਤਮ ਕੀਤਾ ਜਾ ਸਕਦਾ ਹੈ। ਪਰ ਜਿਹਨੂੰ ਸਮਝ ਆਏਗੀ, ਜਿਹਨੂੰ ਸੋਝੀ ਆਏਗੀ, ਜਿਹਨੂੰ ਗਿਆਨ ਆਏਗਾ, ਉਹੀ ਪਰਮੇਸ਼ਵਰ ਦੇ ਨਾਮ ਦਾ ਆਸਰਾ ਲੈ ਕੇ ਉਹਦਾ ਅਭਿਆਸ ਕਰੇਗਾ। ਸਾਡਾ ਮਨ ਤ੍ਰਿਕੁਟੀ ਵਿੱਚ ਫਸਿਆ ਹੈ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਕਦੋਂ, ਜਦੋਂ ਹੀ ਅੱਖਾਂ ਦੁਨੀਆ ਵਿੱਚ ਖੋਲੀਆਂ ਸਨ, ਉਦੋਂ ਹੀ ਇਹ ਮਾਇਆ ਨੇ ਆਪਣਾ ਪ੍ਰਭਾਵ ਐਸਾ ਪਾ ਦਿੱਤਾ ਵੀ ਚਿੰਤਾਵਾਂ, ਰੋਣਾ ਸ਼ੁਰੂ ਹੋ ਗਿਆ। ਐਸਾ ਰੋਣਾ ਸ਼ੁਰੂ ਹੋਇਆ ਕਿ ਸਾਰੀ ਜ਼ਿੰਦਗੀ ਬੰਦਾ ਰੋਂਦਾ ਰਹਿ ਜਾਂਦਾ ਹੈ। ਅਖੀਰਲੇ ਦਮ ਤੱਕ ਬੰਦੇ ਦਾ ਰੋਣਾ ਮੁੱਕਦਾ ਹੀ ਨਹੀਂ ਹੈ। ਉਹਦਾ ਕਾਰਨ ਕੀ ਹੈ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹਨੇ ਜਿਹੜਾ ਆਪਣਾ ਅਮਰ ਹੁਕਮ ਵਰਤਾ ਦਿੱਤਾ ਨਾ, ਜਨਮ ਲੈਂਦਿਆਂ ਸਾਰੀ ਕਾਬੂ ਕਰ ਲਿਆ। ਐਸਾ ਕਾਬੂ ਕੀਤਾ ਵੀ ਧਿਆਨ ਵਿਸਰ ਗਿਆ ਤੇ ਰੋਣਾ ਸ਼ੁਰੂ ਹੋ ਗਿਆ। ਫਿਰ ਅਖੀਰਲੇ ਦਮ ਤੱਕ ਬੰਦਾ ਰੋਂਦਾ ਹੀ ਦੁਨੀਆ ਤੋਂ ਚਲੇ ਜਾਂਦਾ ਹੈ। ਪਰ ਉਹਨਾਂ ਦੀ ਜ਼ਿੰਦਗੀ ਦਾ ਰੋਣਾ ਮੁੱਕ ਗਿਆ ਜਿਨ੍ਹਾਂ ਨੇ ਗਿਆਨ ਲੈ ਕੇ ਭਰਮ ਨੂੰ ਮਿਟਾ ਕੇ ਔਰ ਮੋਹ ਮਾਇਆ ਦਾ ਤਿਆਗ ਕਰਕੇ ਨਾਮ ਦੇ ਰੰਗ ਵਿੱਚ ਰੰਗਣਾ ਕੀਤਾ। ਜਿਨ੍ਹਾਂ ਨੂੰ ਸਮਝ ਆ ਗਈ ਕਿ ਇੱਕ ਆਸਰਾ ਪਰਮੇਸ਼ਵਰ ਦਾ ਹੈ, ਤਾਂ ਹੀ ਇਹ ਜੀਵਨ ਚੱਲ ਰਿਹਾ। ਜੇ ਉਹਦਾ ਆਸਰਾ ਨਾ ਹੋਵੇ ਤੇ ਇਹ ਜੀਵਨ ਲੀਲਾ ਸਮਾਪਤ ਹੈ। ਮਨੁੱਖ ਦੀ ਟੇਕ ਲੈ ਕੇ ਗੱਲ ਨਹੀਂ ਬਣਨੀ, ਅਧੂਰੇ ਦੀ ਮੜੀਆਂ ਮਸਾਣਾ ਦੀ ਟੇਕ ਲੈ ਕੇ ਗੱਲ ਨਹੀਂ ਬਣਨੀ। ਇਸੇ ਲਈ ਮਹਾਰਾਜ ਨੇ ਆਖਿਆ ਸੀ, ਤਜਹੋ ਸਿਆਣਪ ਸੁਰਜਨਹੁ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਦੁੱਖ ਵੀ ਮਾਇਆ ਕਰਕੇ ਹੈ, ਭਰਮ ਵੀ ਤ੍ਰੈ ਗੁਣੀ ਮਾਇਆ ਕਰਕੇ ਹੈ, ਭਉ ਡਰ ਵੀ ਤ੍ਰੈ ਗੁਣੀ ਮਾਇਆ ਕਰਕੇ ਹੈ। ਤੇ ਜਦੋਂ ਮਨ ਇਹਦੇ ਚੁੰਗਲ ਵਿੱਚੋਂ ਦੀ ਨਿਕਲ ਜਾਏਗਾ, ਇਸ ਜੰਜਾਲ ਵਿੱਚੋਂ ਨਿਕਲ ਜਾਏਗਾ, ਤੇ ਫਿਰ ਮਨ ਅਡੋਲ ਹੋ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਜੀ ਪ੍ਰਾਣ ਜੱਜੇ ਨੂੰ ਬਿਹਾਰੀ ਤੇ ਨਾਲ ਐੜਾ ਜੀਆਂ ਦੀ ਗੱਲ ਕੀਤੀ ਹੈ। ਜਿਹੜਾ ਸਾਰੇ ਜੀਆਂ ਦੇ ਪ੍ਰਾਣਾਂ ਦਾ ਆਸਰਾ ਹੈ। ਸਾਡੇ ਜਿਹੜੇ ਸਵਾਸ ਚੱਲਦੇ ਆ, ਇਹ ਉਹਦੇ ਆਸਰੇ ਚੱਲਦੇ ਆ, ਆਪਾਂ ਨਹੀਂ ਸਵਾਸ। ਬੇਨਤੀ ਕੀਤੀ ਸੀ ਵੀ ਗੂੜੀ ਨੀਂਦ ਸੁੱਤੇ ਪਏ ਆ, ਬਾਹਰ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ, ਕੋਲ ਖਲੋਤੇ ਹੋਏ ਦੀਆਂ ਆਵਾਜ਼ਾਂ ਵੀ ਸੁਣਾਈ ਨਹੀਂ ਦਿੰਦੀਆਂ। ਇੰਨੀ ਗੂੜੀ ਨੀਂਦ ਸੁੱਤਾ ਪਿਆ, ਪਰ ਸਾਹ ਤੇ ਲੈਣਾ ਨਹੀਂ ਭੁੱਲਿਆ। ਸਾਹ ਤੇ ਚੱਲਦਾ ਪਿਆ ਆਪਣੇ ਆਪ। ਸਰੀਰ ਤਾਂ ਉੱਥੇ, ਕਿਉਂਕਿ ਜਿਹੜੀ ਰਾਤ ਦੀ ਨੀਂਦ ਹੈ, ਇਹਨੂੰ ਅੱਧੀ ਮੌਤ ਮੰਨਿਆ ਗਿਆ ਵੀ ਅੱਧੇ ਬੰਦੇ ਦੀ ਮੌਤ ਹੋ ਜਾਂਦੀ, ਭਾਵ ਸਰੀਰ ਡੈੱਡ ਹੋ ਜਾਂਦਾ ਹੈ। ਪਰ ਸਰੀਰ ਹਰਕਤ ਕਰਨਾ ਬੰਦ ਕਰ ਦਿੰਦਾ ਹੈ, ਪਰ ਸਾਹ ਤੇ ਚੱਲਦਾ ਨਾ। ਉਹ ਸਾਹ ਕੌਣ ਚਲਾ ਰਿਹਾ ਹੈ? ਜਿਹਦੇ ਹੱਥ ਡੋਰ ਹੈ, ਉਹੀ ਸਾਹ ਚਲਾ ਰਿਹਾ ਸੁੱਤੇ ਪਏ ਬੰਦੇ ਦੇ। ਨਹੀਂ ਤਾਂ ਅੱਖਾਂ ਵੀ ਰੁਕ ਜਾਂਦੀਆਂ, ਕੰਨ ਵੀ ਰੁਕ ਜਾਂਦੇ ਆ, ਹੱਥ ਪੈਰ ਵੀ ਰੁਕ ਜਾਂਦੇ ਆ, ਤੇ ਸਾਹ ਵੀ ਰੁਕ ਜਾਏ। ਫਿਰ ਸਾਡੇ ਸਾਰੇ ਜੀਆਂ ਦੀ ਡੋਰ ਉਸ ਮਾਲਕ ਦੇ ਹੱਥ ਵਿੱਚ ਹੈ, ਪ੍ਰਾਣਾਂ ਦੀ। ਤੇ ਜਿਹੜੇ ਭਗਤ ਹੁੰਦੇ ਆ, ਉਹ ਵੀ ਫਿਰ ਇਹ ਸਮਝ ਲੈਂਦੇ ਆ, ਤੇ ਪ੍ਰਭ ਮਨ ਹੈ ਆਧਾਰਾ। ਉਹ ਫਿਰ ਮਨ ਕਰਕੇ ਪ੍ਰਭੂ ਦਾ ਆਧਾਰਾ ਦਾ ਅਰਥ ਆਸਰਾ ਲੈਂਦੇ ਨੇ। ਉਹ ਕੇਵਲ ਵਾਹਿਗੁਰੂ ਜੀ ਦੇ ਆਸਰੇ ਹੀ ਜਿਹੜਾ ਉਹ ਚੱਲਦੇ ਨੇ। ਤਾਈ ਤੇ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਵੇਖੋ, ਪਰਵਾਹ ਨਹੀਂ ਕੀਤੀ।
ਨਾਮਦੇਵ ਜੀ ਦਾ ਜੀਵਨ ਪੜ੍ਹ ਕੇ ਵੇਖੋ, ਪਰਵਾਹ ਨਹੀਂ ਕੀਤੀ। ਬਾਬਾ ਰਵਿਦਾਸ ਜੀ ਦਾ ਜੀਵਨ ਪੜ੍ਹ ਕੇ ਵੇਖੋ, ਬੜੀਆਂ ਔਂਕੜਾਂ ਆਈਆਂ ਜੀਵਨ 'ਚ, ਪਰ ਪਰਵਾਹ ਨਹੀਂ ਕੀਤੀ। ਜਿੰਨੇ ਵੀ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਆ, ਇਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਸਮੇਂ ਦੇ ਹਾਕਮਾਂ ਨੇ, ਸਮੇਂ ਦੇ ਪੁਜਾਰੀਆਂ ਨੇ, ਸਮੇਂ ਦੀ ਜਿਹੜੀ ਰਾਜਨੀਤਿਕ ਅਵਸਥਾ ਹੈ, ਸਮਾਜਿਕ ਅਵਸਥਾ ਹੈ, ਇਹਨਾਂ ਨੂੰ ਉਸ ਵੇਲੇ ਕਿੰਨਾ ਤੰਗ ਪਰੇਸ਼ਾਨ ਕੀਤਾ, ਪਰ ਪਰਵਾਹ ਨਹੀਂ ਕੀਤੀ, ਕਿਉਂਕਿ ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸੀ। ਬਸ ਇੱਕੋ ਹੀ ਆਸ ਲੈ ਕੇ ਚੱਲੇ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਵੀ ਜੇ ਵਾਹਿਗੁਰੂ ਜੀ ਤੁਹਾਡਾ ਆਸਰਾ ਹੈ ਤੇ ਫਿਰ ਪਰਵਾਹ ਕੋਈ ਨਹੀਂ। ਇੱਥੇ ਕਹਿ ਰਹੇ ਨੇ, ਕਹਿੰਦੇ ਨੇ ਪ੍ਰਭ ਮਨ ਹੈ ਆਧਾਰਾ, ਜਿਹੜੇ ਸਾਰੇ ਜੀਆਂ ਦੇ ਪ੍ਰਾਣ ਦਾ ਆਸਰਾ ਹੈ। ਭਗਤ ਜਿਹੜੇ ਨੇ ਉਹ ਫਿਰ ਉਸ ਮਾਲਕ ਦੇ ਨਾਮ ਦਾ ਮਨ ਕਰਕੇ ਆਸਰਾ ਲੈ ਕੇ ਚੱਲਦੇ ਨੇ। ਭਗਤ ਜੀਵ ਹੈ, ਇਸੇ ਲਈ ਉਹ ਜਿਉਂਦੇ ਨੇ। ਜੀਵਨ ਦਾ ਅਰਥ ਇਸੇ ਲਈ ਭਗਤ ਸਹਿਬਾਨ ਜਿਹੜੇ ਨੇ ਉਹਨਾਂ ਦੀ ਜ਼ਮੀਰ ਕਦੇ ਨਹੀਂ ਮਰਦੀ, ਉਹਨਾਂ ਦੇ ਅੰਦਰ ਦੀ ਇਨਸਾਨੀਅਤ ਕਦੇ ਨਹੀਂ ਮਰਦੀ। ਉਹ ਕਦੇ ਵੀ ਮਨੁੱਖਤਾ ਦੇ ਤਲ ਤੇ ਅੰਦਰੋਂ ਮਰਦੇ ਨਹੀਂ, ਉਹ ਸਦਾ ਜਿਉਂਦੇ ਨੇ। ਕਿਉਂ ਜਿਉਂਦੇ ਨੇ? ਗੁਣ ਗਾਏ ਅਪਾਰਾ, ਕਿਉਂਕਿ ਉਹ ਅਪਾਰ ਪਰਮੇਸ਼ਵਰ ਦੇ ਗੁਣ ਗਾਉਂਦੇ ਆ। ਜੇ ਤਾਂ ਕਿਸੇ ਬੰਦੇ ਦੇ ਗੁਣ ਗਾਈਏ ਫਿਰ ਤੇ ਜ਼ਮੀਰ ਮਰੇਗੀ ਮਰੇਗੀ। ਜਦੋਂ ਅਸੀਂ ਤ੍ਰੈ ਗੁਣੀ ਮਾਇਆ ਦੇ ਜਾਲ ਵਿੱਚ ਫਸ ਕੇ ਕਿਸੇ ਧਨਾੜ ਦੇ, ਕਿਸੇ ਉੱਚੇ ਅਹੁਦੇਦਾਰ ਦੇ ਗੁਣ ਗਾਵਾਂਗੇ, ਫਿਰ ਜ਼ਮੀਰ ਨੂੰ ਮਾਰ ਕੇ ਗੁਣ ਗਾਉਣੇ ਪੈਣੇ ਆ। ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਨਾ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਆ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਤੁਧ ਬਿਨ ਦੂਜਾ ਨਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇ ਜੇ ਤੇਰੇ ਤੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ ਹੈ, ਫਿਰ ਅਸੀਂ ਗੁਣ ਕਿਵੇਂ ਕਿਸੇ ਦੂਜੇ ਦੇ ਗਾ ਸਕਦੇ ਹਾਂ? ਪਰ ਦੂਜੇ ਦੇ ਗੁਣ ਜਾਂ ਨਿਤ ਹਰ ਇੱਕ ਦੇ ਗੁਣ ਉਹੀ ਗਾਏਗਾ ਜਿਹਦੀ ਅੰਦਰ ਦੀ ਜ਼ਮੀਰ ਮਰ ਗਈ। ਇਸ ਲਈ ਸਾਹਿਬ ਜੀ ਨੇ ਆਖਿਆ, ਭਗਤ ਜੀਵ ਹੈ, ਉਹ ਸਦਾ ਅਧਿਆਤਮਕ ਤਲ ਤੇ ਜਿਉਂਦੇ ਨੇ। ਕਿਉਂ ਜਿਉਂਦੇ ਨੇ? ਕਿਉਂਕਿ ਗੁਣ ਗਾਏ ਅਪਾਰਾ, ਉਹ ਅਪਾਰ ਪਰਮੇਸ਼ਵਰ ਦੇ ਗੁਣ ਗਾਉਂਦੇ ਨੇ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਓ। ਉਹ ਭਗਤ ਜਿਨ੍ਹਾਂ ਨੂੰ ਗੁਣ ਨਿਧਾਨ ਨਾਮ ਦੇ ਵਿੱਚੋਂ ਸ਼ੁਭ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ ਹੈ, ਜਾਂ ਜਿਹਦੇ ਗੁਣ ਗਾਉਂਦੇ ਨੇ ਉਹ ਗੁਣਾਂ ਦਾ ਖਜ਼ਾਨਾ ਹੈ। ਨਿਧਾਨ ਕਹਿੰਦੇ ਆ ਖਜ਼ਾਨੇ ਨੂੰ। ਅੰਮ੍ਰਿਤ ਹਰ ਨਾਮਾ, ਜਿਹਦੇ ਗੁਣ ਗਾਉਂਦੇ ਨੇ ਉਹਦੇ ਨਾਮ ਵਿੱਚ ਅੰਮ੍ਰਿਤ ਰਸ ਭਰਿਆ ਪਿਆ, ਉਹ ਅੰਮ੍ਰਿਤ ਰਸ ਨਾਲ ਭਰਪੂਰ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਹਰ ਧਿਆਏ, ਜਿਹੜਾ ਹਰੀ ਨੂੰ ਭਗਤ ਜੀ ਧਿਆਉਂਦੇ ਹਨ, ਉਹ ਨਾਮ ਅੰਮ੍ਰਿਤ ਰਸ ਨਾਲ ਭਰਪੂਰ ਹੈ। ਔਰ ਸ਼ੁਭ ਗੁਣਾਂ ਦੇ ਖਜ਼ਾਨੇ ਜਿਹੜੇ ਆ ਉਹ ਭਰਪੂਰ ਨੇ ਉਸ ਨਾਮ ਦੇ ਵਿੱਚ। ਇਸ ਲਈ ਧਿਆਏ ਧਿਆਏ ਸੁਖ ਪਾਇਆ ਜੀਓ। ਉਹ ਭਗਤ ਫਿਰ ਧਿਆ ਕੇ, ਮਨੋਂ ਧਿਆ ਕੇ, ਮਨ ਕਰਕੇ ਧਿਆ ਕੇ ਫਿਰ ਸਦਾ ਲਈ ਸੁਖ ਪ੍ਰਾਪਤ ਕਰ ਲੈਂਦੇ ਆ। ਪਰਮੇਸ਼ਵਰ ਦਾ ਨਾਮ ਹੈ ਹੀ ਸੁਖ ਦੇਣ ਵਾਲਾ। ਹਰ ਕੋ ਨਾਮ ਸਦਾ ਸੁਖਦਾਈ। ਪਰਮੇਸ਼ਵਰ ਦਾ ਨਾਮ ਕਦੇ ਦੁੱਖ ਦਿੰਦਾ ਹੀ ਨਹੀਂ, ਪਰਮੇਸ਼ਵਰ ਦਾ ਨਾਮ ਕਦੇ ਦੁਖੀ ਕਰਦਾ ਹੀ ਨਹੀਂ। ਪਰ ਕਾਰਨ ਕੀ ਹੈ ਕਿ ਅਸੀਂ ਕਹਿੰਦੇ ਹਾਂ ਵੀ ਨਾਮ ਜਪਦੇ ਬਹੁਤ ਹਾਂ, ਪਰ ਸਾਨੂੰ ਸੁੱਖ ਨਹੀਂ ਮਿਲਦਾ। ਅਸੀਂ ਨਾਮ ਬਹੁਤ ਜਪਦੇ ਹਾਂ, ਪਰ ਕੀ ਕਰੀਏ, ਉਦੋਂ ਵੀ ਦੁਖੀ ਹਾਂ, ਅੱਜ ਵੀ ਦੁਖੀ ਹਾਂ। ਇਹਦਾ ਮਤਲਬ ਨਾਮ ਜਪਿਆ ਸੀ ਪਰ ਨਾਮ ਨੂੰ ਸਮਝਿਆ ਨਹੀਂ। ਨਾਮ ਜਪਿਆ ਜ਼ਰੂਰ ਸੀ, ਪਰ ਨਾਮ ਵਿੱਚੋਂ ਅੰਮ੍ਰਿਤ ਰਸ ਨਹੀਂ ਲਿਆ, ਨਾਮ ਦੀ ਸਮਝ ਨਹੀਂ ਆਈ।
ਬਸ ਰਟਨ ਸੀ, ਉਹ ਰਟਨ ਆਪਣੇ ਜੀਵਨ ਵਿੱਚ ਬਣਾ ਲਿਆ। ਕੇਵਲ ਰੱਟਾ ਨਹੀਂ ਸੀ ਲਾਉਣਾ ਜਾਂ ਰਟਨ ਨਹੀਂ ਸੀ, ਇਹਨੂੰ ਜਪਣਾ ਸੀ, ਇਹਨੂੰ ਧਿਆਉਣਾ ਸੀ। ਤੇ ਭਗਤ ਸਾਹਿਬਾਨ ਜਿਹੜੇ ਆ ਉਹ ਰਟਨ ਵਾਲੇ ਪਾਸੇ ਨਹੀਂ ਹੁੰਦੇ, ਉਹ ਜਪਣ ਵਾਲੇ ਪਾਸੇ ਹੁੰਦੇ ਆ। ਸਾਨੂੰ ਆਖਿਆ ਸੀ ਜਪੋ, ਜਿਵੇਂ ਭਗਤ ਧਰੂ ਨੇ ਜਪ ਲਿਆ, ਪ੍ਰਹਿਲਾਦ ਨੇ ਜਪ ਲਿਆ, ਤੁਸੀਂ ਵੀ ਉਵੇਂ ਜਪ ਕੇ ਵੇਖੋ ਤੇ ਤੁਹਾਨੂੰ ਵੀ ਸੁੱਖ ਮਿਲੇਗਾ। ਜੇ ਅਜ਼ਾਮਲ ਵਰਗੇ ਨੇ ਜਪ ਕੇ ਸੁੱਖ ਪਾ ਲਏ ਨੇ, ਗਣਕਾ ਵਰਗੀ ਨੇ ਜਪ ਕੇ ਸੁੱਖ ਪਾ ਲਿਆ, ਤੇ ਨਾਮ ਤੇ ਉਹੀ ਹੈ। ਅਸੀਂ ਵੀ ਉਸੇ ਨਾਮ ਨੂੰ ਜਪ ਕੇ ਸੁੱਖ ਪਾਉਣਾ, ਕਿਉਂਕਿ ਨਾਮ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਕਦੇ ਕਿਸੇ ਨੇ ਕਿਹਾ ਮੈਂ ਨਿਤਨੇਮ ਕਰਕੇ ਦੁਖੀ ਹੋ ਗਿਆ, ਮੈਂ ਰੱਬੀ ਬਾਣੀ ਜਿਹੜੀ ਆ ਕੀਰਤਨ ਰੂਪ ਵਿੱਚ ਸੁਣ ਕੇ ਦੁਖੀ ਹੋ ਗਿਆ। ਇਹ ਬਾਣੀ ਸੁੱਖ ਦੇਣ ਵਾਲੀ, ਮਨ ਨੂੰ ਸਕੂਨ ਦੇਣ ਵਾਲੀ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜ਼ਾਮਲ ਉਦਰਿਓ ਗਨਕਾ। ਹੂੰ ਗਤ ਪਾਈ ਗਣਕਾ, ਜਿਨ੍ਹਾਂ ਨੂੰ ਸੰਸਾਰ ਵਿੱਚ ਪਾਪੀ ਮੰਨਿਆ ਗਿਆ, ਵੀ ਸਾਰੀ ਜ਼ਿੰਦਗੀ ਪਾਪ ਹੀ ਕਮਾਏ ਨੇ ਇਹਨਾਂ ਨੇ। ਪਰ ਜਦੋਂ ਇਹਨਾਂ ਨੂੰ ਸੋਝੀ ਆ ਗਈ, ਸਮਝ ਆ ਗਈ, ਇਹਨਾਂ ਨੂੰ ਜੁਗਤੀ ਮਿਲ ਗਈ, ਨਾਮ ਦਾ ਅਭਿਆਸ ਕਰਨ ਦਾ ਤਰੀਕਾ ਸਮਝ ਵਿੱਚ ਆ ਗਿਆ, ਤੇ ਇਹਨਾਂ ਦੀ ਗਤੀ ਹੋ ਗਈ। ਇਹਨਾਂ ਦੇ ਮਨ ਨੂੰ, ਜਿਹੜਾ ਇਹਨਾਂ ਦੇ ਮਨ ਵਿੱਚ ਪਾਪ ਦੀ ਜ਼ਹਿਰ ਭਰੀ ਸੀ, ਉਹਦੇ ਤੋਂ ਰਾਹਤ ਮਿਲ ਗਈ, ਮਨ ਨੂੰ ਸਕੂਨ ਮਿਲ ਗਿਆ। ਇਸੇ ਲਈ ਭਗਤ ਜਿਹੜੇ ਨੇ ਉਹ ਪਰਮੇਸ਼ਵਰ ਦੇ ਗੁਣ ਗਾਉਂਦੇ ਨੇ ਤੇ ਜੀਵਦੇ ਨੇ। ਉਹ ਗੁਣ ਗਾਉਂਦੇ ਨੇ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਔਰ ਅੰਮ੍ਰਿਤ ਰਸ ਦੇ ਨਾਲ ਜਿਹੜਾ ਭਰਪੂਰ ਹੈ। ਐਸੇ ਸੱਚੇ ਨਾਮ ਨੂੰ ਧਿਆ ਕੇ ਭਗਤ ਹਮੇਸ਼ਾ ਸੁਖੀ ਰਹਿੰਦੇ ਨੇ। ਭਾਵੇਂ ਥੋੜਾ ਹੀ ਖਾਣ ਨੂੰ ਮਿਲੇ ਤਾਂ ਵੀ ਸੁਖੀ ਰਹਿੰਦੇ ਆ, ਭਾਵੇਂ ਥੋੜੀ ਜਿਹੀ ਜਗ੍ਹਾ ਰਹਿਣ ਵਾਸਤੇ ਮਿਲੇ ਤਾਂ ਵੀ ਸੁਖੀ ਰਹਿੰਦੇ ਆ, ਭਾਵੇਂ ਤਨ ਉੱਤੇ ਸਾਦਾ ਵਸਤਰ ਪਾਉਣ ਨੂੰ ਮਿਲ ਜਾਏ ਤਾਂ ਵੀ ਸੁਖੀ ਰਹਿੰਦੇ ਆ, ਭਾਵੇਂ ਉਹ ਥੋੜਾ ਜਿਹਾ ਰੁੱਖਾ ਸੁੱਖਾ ਹੀ ਖਾਣ ਨੂੰ ਮਿਲ ਜਾਏ ਤਾਂ ਵੀ ਸੁਖੀ ਰਹਿੰਦੇ ਆ। ਪਰ ਜੀਵਨ ਵਿੱਚ ਝਾਤ ਮਾਰੀਏ, ਸਾਨੂੰ ਕਿਸ ਚੀਜ਼ ਦੀ ਕਮੀ ਹੈ? ਰਹਿਣ ਨੂੰ ਥਾਂ ਖੁੱਲਾ ਹੈ, ਬਸਤਰ ਪਤਾ ਹੀ ਨਹੀਂ ਕਿੰਨੇ ਕੁ ਨੇ, ਦਿਹਾੜੀ 'ਚ ਭਾਵੇਂ ਬੰਦਾ 4 ਵਾਰੀ ਬਦਲ ਲਵੇ। ਤੇ ਕਈਆਂ ਦਾ ਜੀਵਨ ਐਸਾ ਹੈ ਕਿ ਸਵੇਰੇ ਹੋਰ, ਦੁਪਹਿਰੇ ਹੋਰ, ਸ਼ਾਮੀ ਹੋਰ। ਬੰਦਾ ਕਹਿੰਦਾ ਵੀ ਮੈਂ ਤੇ ਸਵੇਰੇ ਕੱਪੜੇ ਹੋਰ ਪਾਉਣਾ, ਦੁਪਹਿਰੇ ਹੋਰ ਪਾਉਣਾ, ਸ਼ਾਮੀ ਹੋਰ। ਤੇ ਬੰਦਾ ਕਹਿੰਦਾ ਸਵੇਰੇ ਹੋਰ ਭੋਜਨ ਖਾਣਾ, ਦੁਪਹਿਰੇ ਹੋਰ, ਸ਼ਾਮੀ। ਇੰਨਾ ਕੁਝ ਹੋ ਕੇ ਵੀ ਫਿਰ ਦੁਖੀ ਦਾ ਦੁਖੀ ਹੈ। ਇਹਦਾ ਮਤਲਬ ਹਜੇ ਪਰਮੇਸ਼ਵਰ ਦਾ ਨਾਮ ਅੰਦਰ ਵਸਿਆ ਨਹੀਂ, ਕਿਉਂਕਿ ਜਿਹਦੇ ਅੰਦਰ ਨਾਮ ਵਸ ਜਾਏ ਉਹ ਤਾਂ ਥੋੜੀ ਜਿਹੀ ਜਗ੍ਹਾ ਵਿੱਚ ਵੀ ਸੁਖੀ ਹੈ। ਉਹ ਤਾਂ ਥੋੜਾ ਜਿਹਾ ਭੋਜਨ ਰੁੱਖਾ ਮਿੱਸਾ ਖਾ ਕੇ ਵੀ ਜਿਹੜਾ ਉਹ ਸੁਖੀ ਹੈ। ਬਜ਼ੁਰਗ ਜਿਹੜੇ ਬੈਠੇ ਹੋ ਤੁਸੀਂ, ਜਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਕਿ ਸਮਾਂ ਸੀ ਵੀ ਹੱਥ ਉੱਤੇ ਇੱਕ ਫੁਲਕਾ ਪ੍ਰਸ਼ਾਦਾ ਰੱਖ ਕੇ ਤੇ ਇੱਕ ਗੰਡਾ ਨਾਲ ਲੈ ਕੇ ਤੇ ਉਹਨੂੰ ਭੰਨ ਕੇ ਉਸੇ ਵੇਲੇ ਖਾ ਕੇ ਬੜਾ ਸਵਾਦ ਆਉਂਦਾ ਸੀ, ਬੜਾ ਸਵਾਦ ਆਉਂਦਾ ਸੀ। ਹੁਣ ਅੱਗੇ 10-20 ਚੀਜ਼ਾਂ ਵੀ ਬਣੀਆਂ ਪਈਆਂ, ਹੁਣ ਤਾਂ ਵੀ ਸਵਾਦ ਨਹੀਂ ਆਉਂਦਾ। ਜ਼ਿੰਦਗੀ ਸਾਦਗੀ ਵਾਲੀ ਸੀ ਤੇ ਅੰਦਰ ਰਸ ਬਣਿਆ ਸੀ, ਪਰ ਜਿਵੇਂ ਹੀ ਬਾਹਰ ਦੀ ਸਾਦਗੀ ਦੂਰ ਹੋ ਗਈ, ਅੰਦਰ ਦਾ ਰਸ ਵੀ ਗਵਾਚ ਗਿਆ, ਅੰਦਰ ਦਾ ਸੁੱਖ ਵੀ ਜਾਂਦਾ ਰਿਹਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਆ ਵੀ ਭਗਤ ਜੀਵ ਹੈ ਗੁਣ ਗਾਏ ਅਪਾਰਾ। ਭਗਤ ਜਿਹੜੇ ਨੇ ਉਹ ਜਿਉਂਦੇ ਨੇ ਸਦਾ ਪਰਮੇਸ਼ਵਰ ਦੇ ਗੁਣ ਗਾ ਕੇ। ਉਹ ਗੁਣ ਗਾ ਕੇ ਜਿਹਨੂੰ ਧਿਆ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਆਸ ਮਨੋਰਥ ਪੂਰਨ ਹੋਵੈ,
ਭੇਟਤ ਗੁਰ ਦਰਸਾਇਆ ਜਿਉ। ਮਨਸਾ ਧਾਰ, ਮਨ ਵਿੱਚ ਆਸ ਧਾਰ ਕੇ ਜੋ ਘਰ ਤੇ ਆਵੈ। ਘਰ ਤੋਂ ਕਿੱਥੇ ਆਉਂਦਾ ਹੈ? ਸਾਧ ਸੰਗ ਵਿੱਚ, ਗੁਰਮੁਖਾਂ ਦੀ ਸੰਗਤ ਦੇ ਵਿੱਚ ਜਿਹੜਾ ਆਉਂਦਾ ਹੈ, ਮਨ ਵਿੱਚ ਆਸ ਧਾਰ ਕੇ, ਉਹਦਾ ਜੰਮਣ ਮਰਨ ਵੀ ਮਿਟ ਜਾਂਦਾ ਹੈ ਤੇ ਉਹਦੇ ਮਨੋਰਥ ਵੀ ਪੂਰੇ ਹੋ ਜਾਂਦੇ ਆ। ਪਰ ਇਹ ਤਾਂ ਅਸੀਂ ਵੇਖਣਾ ਨਾ ਆਪਣੇ ਆਪਣੇ ਜੀਵਨ ਵਿੱਚ ਵੀ, ਜਦੋਂ ਘਰੋਂ ਤੁਰਿਆ ਤੇ ਕੀ ਮਨ ਵਿੱਚ ਆਸ ਧਾਰ ਕੇ ਤੁਰਿਆ। ਜਿਹੜੀ ਆਸ ਮੈਂ ਮਨ ਵਿੱਚ ਧਾਰ ਕੇ ਤੁਰਿਆ ਹਾਂ, ਕੀ ਉਹ ਗੁਰਬਾਣੀ ਨਾਲ ਮੇਲ ਖਾਂਦੀ ਹੈ? ਗੁਰਬਾਣੀ ਦੇ ਵਿੱਚ ਜੋ ਸਾਨੂੰ ਸਮਝਾਇਆ ਗਿਆ ਵੀ ਤੂੰ ਆਸ ਧਾਰ ਕੇ ਆਪਣੇ ਮਨ ਦੇ ਵਿੱਚ ਆ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਂ ਘਰ ਤੋਂ ਚੱਲਿਆ ਸਤ ਸੰਗ ਦੇ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਦਾ ਰਸ ਲੈਣ ਲਈ, ਪਰ ਮੈਂ ਇੱਕ ਆਸ ਧਾਰ ਕੇ ਆਇਆ, ਨਾਨਕ ਦਾਸ ਇਹ ਹੈ ਸੁਖ ਮੰਗੈ। ਮੈਂ ਆ ਸੁਖ ਮੰਗਣ ਆਇਆ, ਪਰ ਜਿਹੜੇ ਆਪਾਂ ਮੰਗ ਰਹੇ ਹਾਂ ਉਹ ਬਾਹਰੀ ਸੁੱਖ ਨੇ, ਜਿਹੜੇ ਅਸੀਂ ਮੰਗ ਰਹੇ ਹਾਂ ਉਹ ਦੁਨਿਆਵੀ ਸੁੱਖ ਨੇ, ਜਿਹੜੇ ਅਸੀਂ ਮੰਗ ਰਹੇ ਹਾਂ ਉਹ ਮਾਇਆਵੀ ਪਦਾਰਥਾਂ ਵਾਲੇ ਸੁੱਖ ਨੇ। ਤੇ ਉਹ ਸੁੱਖ ਮੰਗ ਕੇ ਚਲੋ ਮਿਲ ਵੀ ਜਾਏਗਾ, ਪਰ ਜਿਹੜੇ ਬਾਹਰੀ ਸੁੱਖ ਮਾਇਆਵੀ ਪਦਾਰਥਾਂ ਦੇ ਸੁੱਖ ਨੇ, ਇਹ ਇੱਕ ਦਿਨ ਦੁੱਖ ਵਿੱਚ ਬਦਲ ਜਾਣ ਵਾਲੇ ਆ, ਇੱਕ ਦਿਨ ਦੁੱਖ ਵਿੱਚ ਬਦਲ ਜਾਂਦੇ ਆ। ਸਭ ਕਹਿੰਦੇ ਤੂੰ ਉਹ ਸੁੱਖ ਮੰਗ ਜਿਹਦੇ ਵਿੱਚ ਵਾਧਾ ਹੋਵੇ, ਜਿਹੜਾ ਦੁੱਖ ਵਿੱਚ ਨਾ ਬਦਲੇ, ਜਿਹੜਾ ਸੁੱਖ ਸਦਾ ਤੇਰੀ ਜ਼ਿੰਦਗੀ 'ਚ ਬਣਿਆ ਰਵੇ। ਉਹ ਤਾਂ ਬਣੇਗਾ ਜੇ ਤੂੰ ਗੁਰਮੁਖਾਂ ਦੇ ਚਰਨਾਂ ਦੀ ਧੂੜ ਪਾਵ, ਤੇਰਾ ਮਨ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਨੀਵਾਂ ਹੋ ਜਾਏ, ਤਾਂ ਫਿਰ ਤੇਰੇ ਜੀਵਨ ਦੀ ਆਸ ਮਨੋਰਥ ਪੂਰਾ ਹੋਏਗਾ। ਇਹ ਨਹੀਂ ਕਿ ਮੈਂ ਮਨ ਵਿੱਚ ਵਿਕਾਰ ਚਿਤਵਦਾ ਹੋਇਆ ਆਵਾਂ, ਤੇ ਮਨ ਵਿੱਚ ਵਿਕਾਰ ਚਿਤਵਦਾ ਹੋਇਆ ਆ ਕੇ ਮੈਂ ਕਹਾਂ ਮੇਰੀ ਆਸ ਪੂਰੀ ਕਰ ਦਿਓ, ਉਹਦੇ ਫਿਰ ਮਨ ਦੇ ਮਨੋਰਥ ਪੂਰੇ ਨਹੀਂ ਹੁੰਦੇ। ਇਸ ਲਈ ਕਬੀਰ ਜੀ ਨੇ ਆਖਿਆ, ਕਬੀਰ ਵਿਕਾਰ ਹੈ ਚਿਤਵਤ ਹੈ, ਝੂਠੇ ਕਰਤੇ ਆਸ। ਕਬੀਰ ਸਾਹਿਬ ਕਹਿੰਦੇ ਵਿਕਾਰ ਹੈ ਚਿਤਵਤ ਹੈ, ਅੰਦਰ ਹਰ ਵੇਲੇ ਵਿਕਾਰ ਚਿਤਵਤ ਹੈ, ਚੇਤੇ ਕਰਦੇ ਰਹਿੰਦੇ ਆ। ਤੇ ਝੂਠੇ ਕਰਤੇ ਆਸ, ਝੂਠੇ ਮਾਇਆਵੀ ਪਦਾਰਥਾਂ ਦੀ ਆਸ ਰੱਖ ਕੇ ਆਏ ਆ। ਜਿਹਦੇ ਕੋਲੋਂ ਮੰਗ ਰਹੇ ਆ ਉਹਦੇ ਤੇ ਭਰੋਸਾ ਨਹੀਂ, ਜੋ ਮੰਗ ਰਹੇ ਨੇ ਉਹਦੇ ਤੇ ਭਰੋਸਾ ਹੈ। ਮਾਇਆਵੀ ਪਦਾਰਥਾਂ ਤੇ ਭਰੋਸਾ ਹੈ, ਦਾਤੇ ਤੇ ਭਰੋਸਾ ਨਹੀਂ, ਦਾਤੇ ਦੀਆਂ ਦਾਤਾਂ ਤੇ ਭਰੋਸਾ ਹੈ। ਜਿਸ ਤਰ੍ਹਾਂ ਬੱਚੇ ਕਹਿੰਦੇ ਆ ਵੀ ਸਾਨੂੰ ਮਾਂ-ਬਾਪ ਜਿਹੜੇ ਆ ਉਹ ਨਹੀਂ, ਮਾਂ-ਬਾਪ ਦੀ ਜਾਇਦਾਦ ਚਾਹੀਦੀ ਹੈ, ਸਾਨੂੰ ਮਾਂ-ਬਾਪ ਦਾ ਆਸਰਾ ਨਹੀਂ, ਮਾਂ-ਬਾਪ ਦੀ ਦੌਲਤ, ਮਾਂ-ਬਾਪ ਦੀ ਜਾਇਦਾਦ ਦਾ ਆਸਰਾ ਹੈ। ਬਸ ਇਸੇ ਤਰ੍ਹਾਂ ਸਾਨੂੰ ਦਾਤਾਂ ਦਾ ਆਸਰਾ ਹੈ, ਪਰ ਦਾਤੇ ਦਾ ਆਸਰਾ ਨਹੀਂ, ਫਿਰ ਆਸ ਕਿੱਥੋਂ ਪੂਰੀ ਹੋ ਜਾਏਗੀ। ਕਬੀਰ ਸਾਹਿਬ ਕਹਿੰਦੇ ਮਨੋਰਥ ਕੋਏ ਨਾ ਪੂਰਿਆ, ਕੋਈ ਮਨੋਰਥ ਪੂਰਾ ਨਹੀਂ ਹੋਏਗਾ ਜੇ ਕਬੀਰ ਵਿਕਾਰ ਹੈ ਚਿਤਵਤੇ। ਜੇ ਤੁਸੀਂ ਵਿਕਾਰ ਚੇਤੇ ਕਰਕੇ ਮਨ ਵਿੱਚ ਆਸ ਝੂਠੀ ਰੱਖ ਕੇ ਆਓਗੇ ਤਾਂ ਕੋਈ ਮਨੋਰਥ ਪੂਰਾ ਨਹੀਂ ਹੋਣਾ। ਇਸ ਲਈ ਪਹਿਲਾਂ ਸਾਡੇ ਮਨ ਦਾ ਵਿਕਾਰ ਦੂਰ ਕਰਕੇ ਸਾਨੂੰ ਪਹਿਲਾਂ ਗੁਰੂ ਸਾਹਿਬ ਦੇ ਦਰ ਤੇ ਆਪਣੀ ਆਸ ਉਸ ਤਰ੍ਹਾਂ ਦੀ ਬਣਾਉਣੀ ਪੈਣੀ ਹੈ ਜਿਹੜੇ ਸਾਡੀ ਮਾਲਕ ਦੇ ਦਰ ਤੇ ਪੂਰੀ ਵੀ ਹੋ ਜਾਏ। ਪਹਿਲਾਂ ਆਪਣਾ ਮਨੋਰਥ ਉਸ ਤਰ੍ਹਾਂ ਦਾ ਬਣਾਉਣਾ ਪਏਗਾ, ਤਾਂ ਹੀ ਤੇ ਮਹਾਰਾਜ ਨੇ ਕਿਹਾ ਆ ਪਹਿਲਾਂ ਮੈਂ ਤੇਰੀ ਤਿਆਰੀ ਕਰਵਾਵਾਂ। ਜਿਹੜੀ ਤੂੰ ਸੋਚ ਲੈ ਕੇ ਆਇਆ ਉੱਦਾਂ ਗੱਲ ਨਹੀਂ ਬਣਨੀ। ਜਿਸ ਭਾਵਨਾ ਨਾਲ ਤੂੰ ਆਇਆ ਉਹ ਭਾਵਨਾ ਤੇਰੀ ਪ੍ਰਵਾਨ ਨਹੀਂ ਹੋਣੀ। ਆ ਮੈਂ ਤੇਰੀ ਤਿਆਰੀ ਕਰਵਾਵਾਂ, ਫਿਰ ਤੂੰ ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਸੋਚ ਬਦਲਣੀ ਪੈਣੀ ਆ, ਵਿਚਾਰ ਬਦਲਣੀ ਪੈਣੀ ਆ, ਖਿਆਲ ਬਦਲਣੇ ਪੈਣੇ ਆ,
ਜਿਸ ਦਿਨ ਗੁਰਮਤ ਅਨੁਸਾਰ ਸੋਚ ਵਿਚਾਰ ਖਿਆਲ ਸਾਡੇ ਹੋ ਜਾਣਗੇ, ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਵਾਲੀ ਖੇਡ ਬਣ ਜਾਏਗੀ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਮਨਸਾ ਧਾਰ ਜੋ ਘਰ ਤੇ ਆਵੈ, ਜੋ ਘਰ ਤੋਂ ਮਨ ਤੇ ਮਨਸਾ ਧਾਰ ਕੇ ਮਨ ਵਿੱਚ ਆਸ ਧਾਰ ਕੇ ਆਉਂਦਾ ਹੈ। ਤੇ ਆਸ ਕੀ ਧਾਰ ਕੇ ਆਉਣੀ ਹੈ? ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਮੇਰੀ ਅਰਦਾਸ ਹੈ, ਮੇਰੀ ਇਹ ਆਸ ਪੂਰੀ ਕਰ ਦਿਓ। ਜਿਹੜੀਆਂ ਰੰਗ ਰਤੜੀਆਂ ਰੂਹਾਂ ਨੇ ਨਾਮ ਰੰਗ ਵਿੱਚ ਰਤੀਆਂ ਹੋਈਆਂ, ਮੈਨੂੰ ਉਹਨਾਂ ਦੀ ਸੰਗਤ ਬਖਸ਼ ਦਿਓ। ਮੇਰੀ ਇਹ ਆਸ ਹੈ ਕਿ ਮੈਨੂੰ ਦਿਨ ਰਾਤ ਅੰਦਰ ਪਰਮੇਸ਼ਵਰ ਦਾ ਨਾਮ ਜਪਣ ਦੀ ਜਾਚ ਆ ਜਾਏ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਹੁਣ ਜਦੋਂ ਇਸ ਤਰ੍ਹਾਂ ਦੀ ਆਸ ਰੱਖ ਕੇ ਆਵਾਂਗੇ, ਸਗਲ ਮਨੋਰਥ ਤਿਸ ਕੇ ਪੂਰਨ। ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਜਾਣਗੇ, ਜੇ ਸਾਡੇ ਮਨ ਵਿੱਚ ਇਸ ਤਰ੍ਹਾਂ ਦੀ ਆਸ ਹੋਵੇ ਤਾਂ। ਅਸੀਂ ਆਪਣਾ ਵੀ ਭਲਾ ਘਰ ਤੋਂ ਆਏ ਆ, ਭਲਾ ਮੰਗਣ ਹੀ ਆਏ ਆ, ਆਪਣੇ ਪਰਿਵਾਰ ਦਾ ਸੁੱਖ ਮੰਗਣ ਆਏ ਆ, ਬੱਚਿਆਂ ਦਾ ਸੁੱਖ ਮੰਗਣ ਆਏ ਆ, ਕਾਰੋਬਾਰ ਦੀ ਬਰਕਤ ਲੈਣ ਲਈ ਆਏ ਆ, ਸਰੀਰ ਦੀ ਤੰਦਰੁਸਤੀ ਲਈ ਆਏ ਆ, ਵੱਖ-ਵੱਖ ਆਸ ਧਾਰ ਕੇ ਆਏ ਆ। ਪਰ ਜੇ ਅਸੀਂ ਇਹ ਆਸ ਰੱਖ ਕੇ ਇੱਥੇ ਆ ਕੇ ਕਹੀਏ ਵੀ ਮਹਾਰਾਜ ਮੇਰੀ ਇੱਕ ਆਸ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਵੀ ਜਿੱਥੇ ਮੈਨੂੰ ਰੱਖਣਾ ਉੱਥੇ ਪੂਰੇ ਜਗਤ ਨੂੰ ਰੱਖ ਲੈ। ਇਹਨਾਂ ਨੂੰ ਵਿਕਾਰਾਂ ਤੋਂ ਬਚਾ, ਬੁਰਾਈਆਂ ਤੋਂ ਬਚਾ, ਮਾੜੀ ਸੰਗਤ ਤੋਂ ਬਚਾ। ਇਹ ਮੇਰੇ ਮਨ ਦੀ ਆਸ ਹੈ, ਮੇਰੇ ਮਨ ਦੀ ਇਹ ਆਸ ਹੈ ਵਾਹਿਗੁਰੂ ਜੀਓ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਮੇਰੇ ਇਹ ਆਸ ਪੂਰੀ ਕਰ ਦਿਓ ਕਿ ਜਿੱਥੇ ਮੇਰਾ ਭਲਾ ਕਰਨਾ ਉੱਥੇ ਸਰਬੱਤ ਦਾ ਭਲਾ ਕਰਨਾ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂ ਸੁਣਾ ਵਿਚਾਰਾਂਗੇ ਤੇ ਕਈ ਪ੍ਰਕਾਰ ਦੀ ਵਿਚਾਰ ਸਮਝ ਆਏਗੀ ਵੀ ਕਿਹੜੀ ਕਿਹੜੀ ਆਸ ਮਨ ਵਿੱਚ ਧਾਰਨੀ ਹੈ ਆਪਾਂ, ਕਿਹੜੀ ਕਿਹੜੀ ਮਨ ਵਿੱਚ ਇੱਛਾ ਰੱਖ ਕੇ ਇੱਛਾਵਾਂ ਦੀ ਪੂਰਤੀ ਹੋਏਗੀ, ਕੋਈ ਸ਼ੱਕ ਨਹੀਂ ਹੈ, ਪਰ ਹੋਣੀ ਗੁਰਮਤ ਅਨੁਸਾਰ ਚਾਹੀਦੀ ਹੈ। ਗੁਰਮਤ ਅਨੁਸਾਰ ਇੱਛਾ ਰੱਖ ਕੇ ਆਓ ਤਾਂ ਮਹਾਰਾਜ ਕਹਿੰਦੇ ਉਹ ਕਿਉਂ ਨਹੀਂ ਪੂਰਾ ਕਰੇਗਾ? ਉਹ ਤੇ ਬੈਠਾ ਹੀ ਇਸ ਵਾਸਤੇ ਹੈ, ਤੁਹਾਡੀਆਂ ਇੱਛਾਵਾਂ ਦੀ ਪੂਰਤੀ ਵਾਸਤੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ ਸਾਰੇ ਸੁਖ ਪਾਲੇਗਾ ਤੂੰ। ਤੇਰੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਏਗੀ, ਪਰ ਤੈਨੂੰ ਆਪਣੀ ਸੋਚ ਗੁਰਮਤ ਅਨੁਸਾਰ ਬਣਾਉਣੀ ਪੈਣੀ ਆ। ਜੇ ਤੂੰ ਮਨਮਤ ਵਾਲੀ ਸੋਚ ਰੱਖ ਕੇ ਮੰਗੇਗਾ, ਫਿਰ ਤੂੰ ਕਹੇਗਾ ਅਰਦਾਸਾਂ ਬੜੀਆਂ ਕਰ ਲਈਆਂ, ਪੂਰੀ ਇੱਕ ਨਹੀਂ ਹੁੰਦੀ। ਬੜੀਆਂ ਮੈਂ ਬੇਨਤੀਆਂ ਕਰਦਾ, ਮੇਰੀ ਮਾਲਕ ਸੁਣਦਾ ਹੀ ਕੋਈ ਨਹੀਂ ਹੈ। ਪਰ ਇੱਥੇ ਤਾਂ ਕਹਿੰਦੇ ਆ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਵਡਿਆਈ ਗੁਰੂ ਨਾਨਕ ਜੀ ਨੂੰ ਕਿਉਂ ਦੇਣੀ ਹੈ? ਕਿਉਂਕਿ ਮੇਰੇ ਅੰਦਰ ਦੀ ਸੋਚ ਗੁਰੂ ਨਾਨਕ ਜੀ ਨੇ ਹੀ ਬਣਾਈ ਹੈ। ਜਦੋਂ ਮੈਂ ਆਪਣੀ ਮਨਮਤ ਨੂੰ ਛੱਡ ਕੇ ਗੁਰਮਤ ਨੂੰ ਧਾਰਨ ਕੀਤਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ, ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਗੁਰੂ ਸਾਹਿਬ ਕਹਿੰਦੇ ਆ ਵੀ ਤੂੰ ਉਸ ਵਾਹਿਗੁਰੂ ਜੀ ਨੂੰ ਮੰਗ, ਤੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਅਰਦਾਸ ਕਰ। ਪਰ ਤੂੰ ਤੇ ਮੰਗ ਰਿਹਾ ਦੁਨੀਆ ਦੇ ਪਦਾਰਥ, ਦੁਨੀਆ ਦੇ ਸੁੱਖ ਮੰਗ ਰਿਹਾ। ਇਹ ਮੰਗਦਿਆਂ ਮੰਗਦਿਆਂ ਜ਼ਿੰਦਗੀ ਲੰਘ ਜਾਏਗੀ। ਤੂੰ ਪਰਮੇਸ਼ਵਰ ਦਾ ਮਿਲਾਪ ਮੰਗ।
ਜਦੋਂ ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਵਾਹਿਗੁਰੂ ਜੀ ਦਾ ਮਿਲਾਪ ਮੰਗਿਆ ਤੇ ਵਾਹਿਗੁਰੂ ਦੇ ਮਿਲਾਪ ਵਿੱਚ ਸਾਰੀਆਂ ਖੁਸ਼ੀਆਂ ਮਿਲ ਗਈਆਂ। ਸਭ ਕੁਛ ਮੰਗ ਲਿਆ ਖੁਦਾ ਸੇ, ਖੁਦਾ ਕੋ ਮੰਗ ਕਰ। ਅਸੀਂ ਖੁਦਾ ਕੋਲੋਂ ਖੁਦਾ ਨੂੰ, ਰੱਬ ਕੋਲੋਂ ਰੱਬ ਨੂੰ ਹੀ ਮੰਗ ਲਿਆ। ਕਦੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗੋ ਵੀ ਮਹਾਰਾਜ ਜੀ ਅੱਜ ਤੁਹਾਡੇ ਦਰ ਤੇ ਅਸੀਂ ਤੁਹਾਨੂੰ ਮੰਗਣ ਆਏ ਆ, ਸਾਨੂੰ ਆ ਗੁਰਬਾਣੀ ਦਾ ਖਜ਼ਾਨਾ ਦੇ ਦਿਓ। ਤੇ ਜਦੋਂ ਗੁਰਬਾਣੀ ਦਾ ਖਜ਼ਾਨਾ ਮੰਗ ਲਿਆ ਤੇ ਫਿਰ ਬਾਕੀ ਮੰਗਣ ਨੂੰ ਰਹਿ ਕੀ ਜਾਣਾ। सब कुछ मांग लिया खुदा से, खुदा को मांग कर, अब उठते नहीं हाथ इस दुआ के बाद। ਜਦੋਂ ਆਹ ਦੁਆ ਕੀਤੀ ਨਾ ਵੀ ਇਹ ਰੱਬ ਹੈ ਖੁਦਾ, ਮੈਂ ਤੇ ਤੁਹਾਨੂੰ ਹੀ ਮੰਗਣ ਆਇਆ, ਹੁਣ ਜਦੋਂ ਇਹ ਮੰਗ ਲਿਆ ਇਸ ਤੋਂ ਬਾਅਦ ਕੁਝ ਮੰਗਣ ਨੂੰ ਹੱਥ ਅੱਗੇ ਉੱਠਦਾ ਹੀ ਨਹੀਂ। ਪਰ ਇਹ ਮੰਗ ਕੋਈ ਵਿਰਲਾ ਵਿਰਲਾ ਹੀ ਮੰਗਦਾ ਹੈ। ਉਹ ਕੌਣ ਹੈ? ਉਹ ਭਗਤ ਨੇ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਮਨ ਵਿੱਚ ਆਸ ਧਾਰ ਕੇ ਘਰ ਤੋਂ ਆਉਂਦੇ ਹਨ, ਸਾਧ ਸੰਗ ਜਨਮ ਮਰਨ ਮਿਟਾਵੈ। ਉਹ ਫਿਰ ਸਾਧ ਗੁਰੂ ਸੰਗ ਸੰਗਤ, ਉਹ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਆਪਣਾ ਜੰਮਣ ਤੇ ਮਰਨ ਮਿਟਾ ਦਿੰਦੇ ਨੇ। ਉਹਨਾਂ ਦਾ ਜੰਮਣ ਔਰ ਮਰਨ ਮਿਟ ਜਾਂਦਾ ਹੈ, ਔਰ ਜੰਮਣ ਮਰਨ ਮਿਟ ਜਾਂਦਾ। ਇਹਦੇ ਨਾਲ ਆਸ ਮਨੋਰਥ ਪੂਰਨ ਹੋਵੇ। ਉਹਨਾਂ ਦੀ ਆਸ ਵੀ ਪੂਰੀ ਹੋ ਗਈ, ਇੱਛਾ ਮਨ ਦਾ ਮਨੋਰਥ ਵੀ ਪੂਰਾ ਹੋ ਗਿਆ। ਪਰ ਜਦੋਂ ਉਹ ਘਰ ਤੋਂ ਆਉਂਦੇ ਆ ਤੇ ਫਿਰ ਕੀ ਕਰਦੇ ਆ? ਭੇਟਤ ਗੁਰ ਦਰਸਾਇਆ ਜੀਓ। ਜਦੋਂ ਉਹ ਗੁਰੂ ਦਾ ਦਰਸ਼ਨ ਪਾਉਂਦੇ ਆ ਤੇ ਜਦੋਂ ਗੁਰੂ ਸਾਹਿਬ ਨੂੰ ਮਿਲਦੇ ਨੇ ਉਹ, ਤੇ ਜਦੋਂ ਗੱਲ ਮਿਲਣ ਦੀ ਤੇ ਦਰਸ਼ਨ ਦੀ ਆਉਂਦੀ ਹੈ ਉਦੋਂ ਵੀ ਆਪ ਜੀ ਨਾਲ ਬੜੀ ਵਾਰ ਬੇਸਾਂਝ ਪਾਈ ਕਿ ਜਿਹੜਾ ਕਹਿੰਦਾ ਵੀ ਸਿਰਫ ਮੇਰੇ ਕੋਲ ਸਿਰਫ ਆਉਣ ਤੇ ਜਾਣ ਜੋਗਾ ਸਮਾਂ ਹੈ, ਉਹ ਠੀਕ ਹੈ। ਫਿਰ ਉਹ ਫਾਰਮੈਲਿਟੀ ਪੂਰੀ ਕਰਕੇ ਚਲਾ ਗਿਆ ਵੀ ਮੈਂ ਇਹ ਤਾਂ ਮਨ ਨੂੰ ਤਸੱਲੀ ਹੋਏਗੀ ਵੀ ਮੈਂ ਆਇਆ ਸੀ ਤੇ ਮੱਥਾ ਟੇਕ ਕੇ ਤੁਰ ਗਿਆ, ਪਰ ਭੇਟਤ ਵਾਲੀ ਗੱਲ ਨਹੀਂ ਬਣੀ। ਭੇਟਤ ਦਾ ਅਰਥ ਹੁੰਦਾ ਮਿਲਣਾ। ਗੁਰੂ ਨੂੰ ਤਾਂ ਮਿਲ ਕੇ ਨਹੀਂ ਗਿਆ। ਦਰਸਾਇਆ, ਗੁਰੂ ਦਾ ਦਰਸ਼ਨ ਤਾਂ ਕਰਕੇ ਨਹੀਂ ਗਿਆ। ਗੁਰੂ ਹੁਣ ਕਿਸੇ ਨੂੰ ਜਿਹੜਾ ਆਇਆ ਕਾਲੀ ਕਾਲੀ ਆਇਆ, ਕਾਲੀ ਕਾਲੀ ਤੁਰ ਗਿਆ, ਉਹਨੂੰ ਆਖਿਆ ਵੀ ਗੁਰੂ ਦਾ ਦਰਸ਼ਨ ਕਰ ਆਇਆ, ਕਹਿਣ ਲੱਗਾ ਨਹੀਂ ਮੱਥਾ ਟੇਕਿਆ ਸੀ ਉੱਤੇ ਰੁਮਾਲਾ ਸਾਹਿਬ ਦੀ, ਦਰਸ਼ਨ ਕਿਵੇਂ ਕਰਦਾ? ਗੁਰੂ ਸਾਹਿਬ ਦੀ ਉੱਪਰ ਤਾਂ ਰੁਮਾਲਾ ਸੁਸ਼ੋਭਤ ਸੀ ਤੇ ਫਿਰ ਮੈਂ ਦਰਸ਼ਨ ਕਿਵੇਂ ਕਰਦਾ? ਬਸ ਇਹੀ ਤੇ ਗੱਲ ਸਮਝਣੀ ਸੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਹਦੇ ਨਾਲ ਕੀਰਤਨ ਵੀ ਹੋ ਰਿਹਾ ਸੀ, ਉਹਦੇ ਨਾਲ ਆਸਾ ਕੀ ਵਾਰ ਦਾ ਕੀਰਤਨ ਵੀ ਹੋ ਰਿਹਾ ਸੀ, ਗੁਰਬਾਣੀ ਦਾ ਕੀਰਤਨ ਵੀ ਹੋ ਰਿਹਾ ਸੀ। ਤੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਸ਼ਬਦ ਪੜ੍ਹ ਰਹੇ ਸਨ, ਉਹ ਸ਼ਬਦ ਵਿੱਚੋਂ ਹੀ ਤੇ ਦਰਸ਼ਨ ਕਰਨਾ ਸੀ, ਉਸ ਸ਼ਬਦ ਵਿੱਚੋਂ ਹੀ ਤੇ ਗੁਰੂ ਨੂੰ ਮਿਲਣਾ ਸੀ। ਪਰ ਮੇਰਾ ਧਿਆਨ ਇਸ ਪਾਸੇ ਗਿਆ ਹੀ ਕੋਈ ਨਹੀਂ, ਉਸ ਪਾਸੇ ਹੀ ਧਿਆਨ ਗਿਆ, ਨਾ ਮਿਲਿਆ ਨਾ ਦਰਸ਼ਨ ਹੋਇਆ, ਜਿਵੇਂ ਆਇਆ ਤਿਵੇਂ ਬਾਹਰ ਨਿਕਲ ਗਿਆ। ਸਤਿਗੁਰੂ ਮੇਰ ਕਰਨ ਸਾਡਾ ਗੁਰੂ ਨਾਲ ਮੇਲ ਵੀ ਹੋ ਜਾਏ ਤੇ ਸਾਡਾ ਗੁਰੂ ਦਾ ਦਰਸ਼ਨ ਵੀ ਸਾਨੂੰ ਹੋ। ਜਦੋਂ ਮੇਲ ਹੋ ਗਿਆ ਦਰਸ਼ਨ ਆਪੇ ਹੀ ਹੋ ਜਾਣਾ। ਜੇ ਮੇਲ ਹੀ ਨਹੀਂ ਹੋਇਆ ਤੇ ਫਿਰ ਦਰਸ਼ਨ ਕਿੱਥੋਂ? ਅਸੀਂ ਕਹਿੰਦੇ ਫਲਾਣੇ ਬੰਦੇ ਨੂੰ ਵੇਖਿਆ ਸੀ, ਕਹਿੰਦੇ ਮੇਰਾ ਉਹਦੇ ਨਾਲ ਮੇਲ ਨਹੀਂ ਹੋਇਆ। ਤੇ ਜੇ ਮੇਲ ਹੋ ਜਾਂਦਾ ਤੇ ਦਿੱਖ ਆਪੇ ਹੀ, ਉਹਨੇ ਦਿਸ ਆਪੇ ਹੀ ਜਾਣਾ ਸੀ। ਅਸੀਂ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਈਏ, ਜਦੋਂ ਗੁਰੂ ਸਾਹਿਬ ਨੂੰ ਮਿਲ ਲਾਂਗੇ ਦਰਸ਼ਨ ਆਪੇ ਹੀ ਹੋ ਜਾਣਾ ਹੈ। ਪਰ ਮਿਲਣਾ ਕਿਵੇਂ ਹੈ? ਗੁਰਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਆਸ ਮਨੋਰਥ ਪੂਰਨ ਹੋਵੇ। ਉਹਨਾਂ ਦੇ ਮਨ ਦੇ ਮਨੋਰਥ, ਉਹਨਾਂ ਦੀ ਆਸ ਇੱਛਾ ਪੂਰੀ ਹੋ ਜਾਂਦੀ ਹੈ। ਭੇਟਤ ਗੁਰ ਦਰਸਾਇਆ ਜੀਓ। ਗੁਰੂ ਨੂੰ ਮਿਲਦਿਆਂ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ, ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਫਿਰ ਦਰਸ਼ਨ ਕਰਨ ਵਾਲਿਆਂ ਦਾ ਦੁੱਖ ਕੱਟਿਆ ਜਾਂਦਾ ਹੈ। ਵੱਡੀ ਵਡਿਆਈ ਆਚਰਜ ਸ਼ੋਭਾ ਕਾਰਜ ਆਇਆ, ਰਾਸੇ ਨਾਨਕ ਕੋ ਗੁਰ ਪੂਰਾ। ਭੇਟਿਓ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਮਿਲਣਾ ਕੀਤਾ। ਭੇਟਿਓ ਦਾ ਅਰਥ ਵੀ ਮਿਲਣਾ।
ਭੇਟਤ ਦਾ ਅਰਥ ਵੀ ਮਿਲਣਾ। ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ। ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਆ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਪਾਇਆ ਹੈ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਪਾ ਕੇ ਗੁਰੂ ਸਾਹਿਬ ਨੂੰ ਮਿਲਣਾ ਕੀਤਾ। ਹੁਣ ਇਹ ਵੀ ਧਿਆਨ ਰੱਖਿਓ, ਗੁਰੂ ਦਾ ਦਰਸ਼ਨ ਹੋਏਗਾ ਕਿਹਨੂੰ? ਜਿਹੜਾ ਮਨ ਨੀਵਾਂ ਰੱਖ ਕੇ ਆਏਗਾ। ਗੁਰੂ ਸਾਹਿਬ ਜੀ ਦਾ ਮੇਲ ਹੋਏਗਾ ਕਿਹਨੂੰ? ਜਿਹੜਾ ਗੁਰੂ ਸਾਹਿਬ ਦੇ ਦਰ ਤੇ ਮਨ ਨੂੰ ਨੀਵਾਂ ਰੱਖ ਕੇ ਆਏਗਾ। ਉਹਨੂੰ ਹੀ ਗੁਰੂ ਦਾ ਦਰਸ਼ਨ ਹੋਣਾ ਹੈ। ਜਿਹੜਾ ਮਨ ਨੂੰ ਉੱਚਾ ਰੱਖ ਕੇ ਆਏਗਾ ਉਹਦਾ ਤੇ ਗੁਰੂ ਸਾਹਿਬ ਦਾ ਮੇਲ ਹੀ ਨਹੀਂ ਹੋ ਸਕਦਾ। ਜਦੋਂ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਰਿਸ਼ਤਾ ਚੰਦੂ ਦੀ ਧੀ ਦੇ ਨਾਲ ਤੈਅ ਹੋਣ ਦੀਆਂ ਗੱਲਾਂ ਹੁੰਦੀਆਂ ਨੇ, ਤੇ ਚੰਦੂ ਨੂੰ ਜਦੋਂ ਇਹ ਪਤਾ ਲੱਗਦਾ ਵੀ ਜਿਹਨੂੰ ਮੈਂ ਡਿਊਟੀ ਲਾਈ ਸੀ, ਜ਼ਿੰਮੇਵਾਰੀ ਦਿੱਤੀ ਸੀ ਕਿ ਮੇਰੀ ਬੱਚੀ ਵਾਸਤੇ ਕੋਈ ਸੋਹਣਾ ਵਰ ਲੱਭ ਕੇ ਲਿਆ, ਤੇ ਜਦੋਂ ਉਹਨੇ ਆ ਕੇ ਦੱਸਿਆ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਨਾਲ ਤੇਰੀ ਬੱਚੀ ਦਾ ਰਿਸ਼ਤਾ ਜਿਹੜਾ ਉਹਦੀ ਗੱਲ ਕਰਕੇ ਆਇਆ, ਤੇ ਉਹਦਾ ਮਨ ਕੀ ਸੀ? ਆਸਮਾਨ ਨੂੰ ਛੂੰਹਦਾ ਹੰਕਾਰ ਨਾਲ ਭਰਿਆ ਸੀ, ਤੇ ਹੰਕਾਰ ਨਾਲ ਭਰੇ ਹੋਏ ਦੇ ਮੁਖ ਤੋਂ ਬੋਲ ਨਿਕਲਿਆ, ਕਹਿਣ ਲੱਗਾ ਆ ਤੂੰ ਕੀ ਕਰ ਆਇਆ? ਇੱਕ ਜਿਹੜੀ ਨੀਂਹ ਦੀ ਇੱਟ ਹੈ ਉਹਨੂੰ ਚੁਬਾਰੇ ਨਾਲ ਜੋੜ ਆਇਆ, ਕਿਉਂਕਿ ਮੇਲ ਨਹੀਂ ਨਾ ਹੋਣਾ। ਹੁਣ ਚੁਬਾਰੇ ਤੇ ਸਿਖਰ ਤੇ ਜਿਹੜੀ ਇੱਟ ਲੱਗੀ ਹੈ ਉਹ ਇੱਕ ਜਿਹੜੀ ਨੀਹਾਂ ਵਿੱਚ ਭਰਨ ਲੱਗਿਆਂ ਪਹਿਲੀ ਇੱਟ ਲੱਗੀ ਹੈ, ਉਹ ਕਦੇ ਉਹਦਾ ਆਪਸ ਵਿੱਚ ਮੇਲ ਹੋ ਸਕਦਾ ਹੈ? ਕਿਉਂ ਨਹੀਂ ਹੋ ਸਕਦਾ? ਕਿਉਂਕਿ ਵਿੱਚ ਦੀਵਾਰ ਖੜੀ ਹੈ, ਜਾਂ ਤੇ ਉਹ ਦੀਵਾਰ ਤੋੜਨੀ ਪਏਗੀ। ਜਿਹੜੀ ਦੀਵਾਰ ਟੁੱਟੇਗੀ ਤੇ ਚੁਬਾਰੇ ਦੀ ਸਿਖਰ ਵਾਲੀ ਇੱਟ ਫਿਰ ਆ ਕੇ ਥੱਲੇ ਡਿੱਗੇਗੀ, ਤਾਂ ਜਾ ਕੇ ਉਹਦਾ ਮੇਲ ਹੋਣਾ ਹੈ। ਤੇ ਜਿਹੜੀ ਸਭ ਤੋਂ ਨੀਵੀਂ ਇੱਟ ਹੈ ਉਹਦੀ ਚੁਬਾਰੇ ਦੀ ਇੱਟ ਨਾਲ ਮੇਲ ਨਹੀਂ ਹੋ ਸਕਦਾ। ਇੱਥੇ ਹੰਕਾਰੀਆਂ ਦਾ ਮੇਲ ਨਹੀਂ ਹੋ ਸਕਦਾ। ਇੱਥੇ ਹੰਕਾਰੀਆਂ ਨੂੰ ਵਿਕਾਰੀਆਂ ਨੂੰ ਦਰਸ਼ਨ ਨਹੀਂ ਹੋ ਸਕਦਾ। ਦਰਸ਼ਨ ਹੁੰਦਾ ਹੈ ਪਿਆਰ ਵਾਲਿਆਂ ਦਾ, ਦਰਸ਼ਨ ਹੁੰਦਾ ਹੈ ਨਿਮਰਤਾ ਵਾਲਿਆਂ ਨੂੰ। ਇਸ ਲਈ ਰਾਤ ਵੀ ਇਤਿਹਾਸ ਤੁਸੀਂ ਸੁਣਦੇ ਹੋ, ਸ਼ੇਖ ਬ੍ਰਹਮ ਜੀ ਮਹਾਰਾਜ ਪਾਕਪਟਨ ਪਹੁੰਚੇ ਹੋਏ ਆ ਗੁਰੂ ਨਾਨਕ ਸਾਹਿਬ, ਤੇ ਸ਼ੇਖ ਬ੍ਰਹਮ ਜੀ ਨੂੰ ਵੀ ਇਹੀ ਗੱਲ ਸਮਝਾਈ ਕਿ 3 ਗੁਣ ਅੰਦਰ ਹੋਣੇ ਲਾਜ਼ਮੀ ਨੇ। ਇੱਕ ਹੈ ਨਿਮਰਤਾ ਵਾਲਾ ਗੁਣ, ਇੱਕ ਹੈ ਖਿਮਾ ਵਾਲਾ ਗੁਣ, ਔਰ ਇੱਕ ਹੈ ਮਿਠਾਸ ਵਾਲਾ ਗੁਣ। ਤੁਹਾਡੇ ਅੰਦਰ ਜਦੋਂ ਨਿਮਰਤਾ ਆ ਗਈ, ਖਿਮਾ ਆ ਗਈ, ਤੇ ਤੁਹਾਡੇ ਜੀਵਨ 'ਚ ਮਿਠਾਸ ਆਪੇ ਹੀ ਆ ਜਾਣੀ ਹੈ। ਜਦੋਂ ਤੁਸੀਂ 3 ਗੁਣ ਲੈ ਕੇ ਆਓਗੇ ਤੁਹਾਡਾ ਕੰਤ ਨਾਲ ਮਿਲਾਪ ਹੋ ਜਾਏਗਾ, ਤੁਹਾਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਏਗਾ, ਤੁਹਾਡੇ ਕੰਨਾਂ ਵਿੱਚ ਗੁਰਬਾਣੀ ਕੀਰਤਨ ਦੀ ਆਵਾਜ਼ ਪੈਣੀ ਸ਼ੁਰੂ ਹੋ ਜਾਏਗੀ। ਪਰ ਜੇ ਆਵਾਂਗੇ ਹੀ ਹੰਕਾਰ ਨਾਲ ਭਰੇ ਹੋਏ ਤੇ ਇੱਕ ਅੱਖਰ ਵੀ ਕੰਨਾਂ 'ਚ ਨਹੀਂ ਪੈਣਾ, ਇੱਕ ਅੱਖਰ ਵੀ ਅੰਦਰ ਨਹੀਂ ਜਾਣਾ, ਕਿਉਂਕਿ ਹੰਕਾਰ ਨਾਲ ਭਰਿਆ ਆਇਆ ਤੇ ਹੰਕਾਰ ਨਾਲ ਭਰਿਆ ਚਲਾ ਗਿਆ, ਫਿੱਕਾ ਆਇਆ ਤੇ ਫਿੱਕਾ ਹੀ ਚਲਾ ਗਿਆ, ਰਸ ਲਿਆ ਹੀ ਕੋਈ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਆ ਜਿਹੜੇ ਮਨ ਵਿੱਚ ਆਸ ਧਾਰ ਕੇ ਆਉਂਦੇ ਨੇ ਉਹਨਾਂ ਦੀ ਆਸ ਵੀ ਪੂਰੀ ਹੁੰਦੀ ਆ, ਜਨਮ ਮਰਨ ਵੀ ਕੱਟਿਆ ਜਾਂਦਾ ਹੈ, ਮਨੋਰਥ ਵੀ ਪੂਰੇ ਹੁੰਦੇ ਆ। ਪਰ ਕਿਹਨਾਂ ਦੇ? ਭੇਟਤ ਗੁਰ ਦਰਸਾਇਆ ਜੀਓ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਪਾ ਲਿਆ ਔਰ ਜਿਨ੍ਹਾਂ ਨੇ ਗੁਰੂ ਦਾ ਮਿਲਾਪ ਹਾਸਲ ਕਰ ਲਿਆ, ਉਹਨਾਂ ਦੇ ਮਨੋਰਥ ਵੀ ਪੂਰੇ ਔਰ ਉਹਨਾਂ ਦਾ ਸਾਧ ਸੰਗ ਵਿੱਚ ਆ ਕੇ ਜੰਮਣ ਮਰਨ ਵੀ ਕੱਟਿਆ ਜਾਂਦਾ ਹੈ। ਅਗੰਮ ਅਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵਹਿ ਗਿਆਨੀ, ਖੁਦੀ ਮਿਟੀ ਚੂਕਾ ਭੁਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਸਭ ਤੋਂ ਵੱਡੀ ਆਸ ਅਸੀਂ ਇੱਥੇ ਰੱਖ ਕੇ ਆਉਣਾ ਹੈ ਕਿ ਸਾਡਾ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਏ, ਤੇ ਜਿਹਦੇ ਕੋਲ ਆਉਣਾ ਹੈ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ
ਸੰਜੋਗ। ਗੁਰੂ ਨੇ ਮਿਲਾਉਣਾ ਨਾ, ਤੇ ਗੁਰੂ ਸਾਹਿਬ ਜੀ ਨੇ ਬਾਹਰੋਂ ਨਹੀਂ ਮਿਲਾਉਣਾ, ਅੰਦਰੋਂ ਹੀ ਮਿਲਾਉਣਾ ਹੈ। ਪਰ ਕਿਹਨਾਂ ਦੇ? ਪਹਿਲਾਂ ਇਹ ਸਮਝ ਲਈਏ, ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ। ਉਹ ਜਿਹੜਾ ਪਰਮੇਸ਼ਵਰ ਹੈ ਉਹ ਪਹੁੰਚ ਤੋਂ ਪਰੇ ਹੈ। ਅਗੰਮ ਦਾ ਅਰਥ ਹੁੰਦਾ ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ। ਅਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਈਏ ਉੱਥੇ ਤੱਕ ਨਹੀਂ ਪਹੁੰਚ ਸਕਦੇ। ਜਿੰਨੇ ਮਰਜ਼ੀ ਅਸੀਂ ਧਰਮ ਦੇ ਨਾਂ ਤੇ ਕਰਮ ਕਾਂਡ ਕਰ ਲਈਏ ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ। ਜਿਹੜਾ ਅਗੰਮ ਅਗੋਚਰ, ਜਿਹੜਾ ਸਾਡੇ ਗਿਆਨ ਇੰਦਰੀਆਂ ਤੋਂ ਵੀ ਪਰੇ ਹੈ। ਜਿੰਨਾ ਮਰਜ਼ੀ ਗਿਆਨ ਹਾਸਲ ਕਰ ਲਓ ਪਰ ਸਾਡੇ ਗਿਆਨ ਦੇ ਤਰੀਕੇ ਨਾਲ ਵੀ ਉੱਥੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਜਿਹਦੀ ਮਿੱਤ, ਜਿਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਜਿਹਦੀ ਮਿਣਤੀ ਨਹੀਂ ਕੀਤੀ ਜਾ ਸਕਦੀ, ਜਿਹੜਾ ਗਿਣਤੀਆਂ ਮਿਣਤੀਆਂ ਤੋਂ ਵੀ ਪਰੇ ਹੈ, ਉਹਨੂੰ ਪਾਉਣ ਵਾਸਤੇ ਸਾਧਕ ਸਿੱਧ ਧਿਆਵਹਿ ਗਿਆਨੀ। ਕਈ ਗਿਆਨਵਾਨ ਹੋ ਕੇ ਕਹਿੰਦੇ ਅਸੀਂ ਬਹੁਤ ਵੱਡੇ ਗਿਆਨੀ ਹਾਂ, ਅਸੀਂ ਆਪਣੇ ਗਿਆਨ ਨਾਲ ਪਾਲਾਂਗੇ। ਕਈ ਸਾਧਨਾ ਕਰਕੇ ਸਿੱਧ ਜੋਗੀ ਸਾਧਨਾ ਨਾਲ ਉਹਨੂੰ ਧਿਆ ਕੇ ਪਾਉਣਾ ਚਾਹੁੰਦੇ ਨੇ, ਪਰ ਮਹਾਰਾਜ ਕਹਿੰਦੇ ਸਿੱਧ ਸਾਧਕ ਤਰੀਕੇ ਨਾਲ, ਆਪਣੇ ਆਪਣੇ ਗਿਆਨ ਦੇ ਤਰੀਕੇ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਦੋਂ ਪਾਇਆ ਜਾ ਸਕਦਾ ਹੈ? ਕਿਹਦੇ ਰਾਹੀਂ ਪਾਇਆ ਜਾ ਸਕਦਾ ਹੈ? ਕਹਿੰਦੇ ਖੁਦੀ ਮਿਟੀ। ਜਦੋਂ ਅੰਦਰ ਖੁਦੀ ਮਨੇ ਮੈਂ, ਜਦੋਂ ਹੰਕਾਰ ਅੰਦਰ ਮਿਟ ਜਾਏਗਾ ਤਾਂ ਹੀ ਖੁਦਾ ਪ੍ਰਗਟ ਹੋਏਗਾ। ਉਨਾ ਚਿਰ ਖੁਦਾ ਨੇ ਪ੍ਰਗਟ ਹੀ ਕੋਈ ਨਹੀਂ ਹੋਣਾ ਜਿੰਨਾ ਚਿਰ ਅਸੀਂ ਆਪਣੀ ਖੁਦੀ ਨੂੰ ਨਹੀਂ ਮਿਟਾਉਂਦੇ। ਖੁਦੀ ਦਾ ਅਰਥ ਆਪਣੇ ਆਪ ਨੂੰ, ਖੁਦ ਨੂੰ ਨਹੀਂ ਮਿਟਾਉਂਦੇ। ਆਪਣੇ ਆਪ ਨੂੰ ਮਿਟਾਵਾਂਗੇ। ਇੱਥੇ ਅਸੀਂ ਆਪਣੇ ਆਪ ਨੂੰ ਮਿਟਾਉਣ ਆਏ ਆ, ਇੱਥੇ ਆਪਣਾ ਆਪਾ ਚਮਕਾਉਣ ਨਹੀਂ ਆਏ ਆ। ਪਰ ਬੰਦਾ ਕਹਿੰਦਾ ਨਹੀਂ, ਪਤਾ ਲੱਗਣਾ ਚਾਹੀਦਾ ਵੀ ਮੈਂ ਆਇਆ। ਇੱਥੇ ਤੇ ਮਿਟਾਉਣ ਆਏ ਸੀ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾ। ਇੱਥੇ ਖੁਦੀ, ਖੁਦੀ ਦਾ ਮਤਲਬ ਖੁਦ ਨੂੰ ਮਿਟਾਉਣ ਵਾਸਤੇ ਆਏ ਆ। ਜੇ ਪੰਜਾਂ ਪਿਆਰਿਆਂ ਨੂੰ ਸਭ ਤੋਂ ਉੱਚਾ ਦਰਜਾ ਮਿਲਿਆ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਮਿਟਾ ਦਿੱਤਾ। ਆਪਣੇ ਆਪ ਨੂੰ ਮਿਟਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਸਮਰਪਣ ਹੋ ਕੇ। ਅਸੀਂ ਵੀ ਆਪਣਾ ਇੱਥੇ ਆਪਣਾ ਆਪਾ ਮਿਟਾਉਣ ਵਾਸਤੇ ਆਏ ਆ। ਅਸੀਂ ਖੁਦ ਨੂੰ ਜਤਾਉਣ ਵਾਸਤੇ ਨਹੀਂ ਆਏ, ਅਸੀਂ ਖੁਦ ਨੂੰ ਮਿਟਾਉਣ ਵਾਸਤੇ ਆਏ ਆ। ਸਾਹਿਬ ਜੀ ਕਹਿੰਦੇ ਨੇ ਸ਼ਬਦ ਮਰੋ, ਇੱਕ ਵਾਰੀ ਮਰ ਜਾਓ ਸ਼ਬਦ ਵਿੱਚ। ਸ਼ਬਦ ਵਿੱਚ ਆਪਣਾ ਆਪਾ, ਆਪਣੇ ਆਪ ਨੂੰ, ਖੁਦ ਨੂੰ ਖਤਮ ਕਰ ਦਿਓ। ਆਪਣੀ ਹਸਤੀ, ਆਪਣੀ ਹੋਂਦ, ਆਪਣਾ ਨਾਮਣਾ ਇਸ ਸ਼ਬਦ ਵਿੱਚ ਖਤਮ ਕਰ ਦਿਓ। ਫਿਰ ਤੁਹਾਡਾ ਇੱਕ ਨਵਾਂ ਜਨਮ ਹੋਏਗਾ। ਕਿਉਂਕਿ ਉਹ ਜਿਹੜਾ ਜਨਮ ਹੋਏਗਾ ਨਾ, ਉਹਦੇ ਵਿੱਚ ਖੁਦਾ ਪ੍ਰਗਟ ਹੋ ਜਾਏਗਾ। ਉਹਦੇ ਵਿੱਚ ਤੁਹਾਨੂੰ, ਤੁਹਾਡੇ ਅੰਦਰ ਰੱਬ ਪ੍ਰਗਟ ਹੋ ਜਾਏਗਾ। ਤੇ ਜਿੱਥੇ ਖੁਦਾ ਪ੍ਰਗਟ ਹੋ ਗਿਆ ਉੱਥੇ ਤੁਹਾਨੂੰ ਕੋਈ ਨਹੀਂ ਮਾਰ ਸਕਦਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਪਰ ਆਪਣੇ ਆਪ ਨੂੰ, ਖੁਦ ਨੂੰ ਕੌਣ ਇੱਥੇ ਮਿਟਾਵੇ? ਅਸੀਂ ਹਉਮੈ ਨਾਲ ਇੰਨੇ ਭਰੇ ਪਏ ਆ, ਹੰਕਾਰ ਨਾਲ ਭਰੇ ਪਏ ਆ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਪਰਵਾਹ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਨੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤਾਂ ਛੱਡੋ, ਕੀਰਤਨ ਚੱਲਦੇ ਦੀ ਵੀ ਪਰਵਾਹ ਨਹੀਂ ਹੁੰਦੀ ਵੀ ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਅਸੀਂ ਗਾਲੀ ਗਲੋਚ ਸ਼ੁਰੂ ਕਰ ਦਿੰਨੇ ਆ। ਅਕਲੇ ਪਾਇਆ, ਬੜਾ ਮਨ ਦੁਖੀ ਹੋਇਆ ਦੇਖ ਕੇ। ਕੀਰਤਨ ਗੁਰੂ ਘਰ ਦੇ ਕਰ ਰਹੇ ਨੇ, ਆਪ ਸਾਹਮਣੇ ਬੈਠੇ ਆਪਸ ਵਿੱਚ ਬਹਿਸ ਪਏ। ਉਹ ਬਹਿਸ ਕਰਦੇ ਕਰਦੇ ਸਟੈਂਡ ਹੀ ਚੁੱਕ ਕੇ ਇੱਕ ਦੂਜੇ ਦੇ ਮਾਰਨ ਲੱਗ ਪਏ। ਉਹ ਕੀਰਤਨੀਏ ਸਿੰਘਾਂ ਨੂੰ ਕੀਰਤਨ ਰੋਕ ਕੇ ਉੱਠਣਾ ਪੈ ਗਿਆ। ਨਾ ਗੁਰਬਾਣੀ ਦੇ ਕੀਰਤਨ ਦਾ ਸਤਿਕਾਰ, ਨਾ ਗੁਰੂ ਦਾ ਸਤਿਕਾਰ। ਅਸੀਂ ਖੁਦ ਨੂੰ ਮਿਟਾਉਣ ਕਿੱਥੇ ਆਏ ਆ? ਜੇ ਖੁਦ ਨੂੰ ਮਿਟਾਉਣ ਵਾਸਤੇ ਆਉਂਦੇ ਤੇ ਕਦੇ ਅੰਦਰੋਂ ਹੰਕਾਰ ਦਾ ਬੋਲ ਨਹੀਂ ਸੀ ਨਿਕਲਣਾ। ਅਸੀਂ ਤੇ ਚਰਨਾਂ ਦੀ ਧੂੜੀ ਬਣਨ ਆਏ ਆ। ਅਸੀਂ ਤੇ ਇੱਥੇ ਖਾਕ ਹੋਣ ਵਾਸਤੇ ਆਏ ਆ। ਪਰ ਜਿਹੜਾ ਖਾਕ ਹੋ ਗਿਆ ਨਾ, ਫਿਰ ਉਹਦੇ ਅੰਦਰੋਂ ਖੁਦਾ ਵੀ ਪ੍ਰਗਟ ਹੁੰਦਾ ਹੈ। ਫਿਰ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ।
ਪਰ ਅਸੀਂ ਇੰਨੇ ਅਕਲ ਦੇ ਅੰਧੇ ਆ ਜਾਂ ਹਉਮੈ ਦੀ ਪੱਟੀ ਇੰਨੀ ਬੰਨੀ ਗਈ ਆ, ਸਾਨੂੰ ਸਾਹਮਣੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਦਿਸਦੇ। ਸਤਿਗੁਰੂ ਮੇਰ ਕਰਨ ਖੁਦੀ ਮਿਟੀ ਚੂਕਾਂ ਭੁਲਾਵਾ। ਜਦੋਂ ਖੁਦ ਨੂੰ ਮਿਟਾਇਆ ਤੇ ਭੁਲਾਵਾ ਭੁਲੇਖਾ ਨਿਕਲ ਗਿਆ। ਜਦੋਂ ਭੁਲੇਖਾ ਨਿਕਲਿਆ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ। ਗੁਰ ਨੇ, ਰਾਰੇ ਨੂੰ ਸਿਹਾਰੀ, ਗੁਰ ਨੇ ਮਨ ਹੀ ਵਿੱਚ ਪ੍ਰਗਟ ਕਰ ਦਿੱਤਾ। ਗੁਰੂ ਨੇ ਮਨ ਵਿੱਚ ਹੀ ਪ੍ਰਗਟ, ਪਰ ਕਿਹਨਾਂ ਦਾ? ਜਿਨ੍ਹਾਂ ਨੇ ਆਪਣੇ ਆਪ ਨੂੰ ਖੁਦ ਇੱਥੇ ਆ ਕੇ ਮਿਟਾ ਕੇ ਆਖਿਆ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਪੜ੍ਹਦੇ ਆ, ਜਿੱਦਣ ਕਮਾ ਲਾਂਗੇ ਝਗੜੇ ਮੁੱਕ ਜਾਣਗੇ, ਮੇਰ ਤੇਰ ਖਤਮ ਹੋ ਜਾਏਗੀ, ਝਗੜੇ ਸਾਰੇ ਹੀ ਮੁੱਕ ਜਾਣਗੇ, ਪਰ ਮੇਰ ਤੇਰ ਮਟਾਉਣਾ ਕਿੱਥੇ ਚਾਹੁੰਦੇ ਆ ਆਪਾਂ? ਮਾੜੀ ਮਾੜੀ ਗੱਲ ਤੇ ਝਗੜਾ ਹੈ, ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਗੱਲ, ਪਰ ਅਸੀਂ ਤੇ ਇੱਥੇ ਖੁਦ ਨੂੰ ਮਿਟਾਉਣ ਵਾਸਤੇ ਆਏ ਆ। ਇੱਥੇ ਸਬਰ ਸਹਿਨਸ਼ੀਲਤਾ ਵਾਲਾ ਗੁਣ ਲੈਣ ਵਾਸਤੇ ਆਏ ਆ। ਕਿਹੜੇ ਰਾਹ ਅਸੀਂ ਤੁਰ ਪਏ ਆ? ਇੱਕ ਮਜ਼ਾਕ ਆਏ ਦਿਨ ਮਜ਼ਾਕ ਹੀ ਬਣਦਾ ਜਾ ਰਿਹਾ ਹੈ। ਸਾਨੂੰ ਭੁੱਲਦਾ ਹੀ ਜਾ ਰਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਏ ਆ, ਔਰ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ, ਕਿੰਨੀ ਅਵਸਥਾ ਦੇ ਮਾਲਕ ਹੈ, ਦਿਨੋਂ ਦਿਨ ਭੁੱਲਦੇ ਜਾ ਰਹੇ ਆ। ਗੁਰੂ ਸਾਹਿਬ ਜੀ ਕਿਰਪਾ ਕਰਨ। ਗੁਰੂ ਮਹਾਰਾਜ ਕਹਿੰਦੇ ਖੁਦੀ ਮਿਟੀ ਚੂਕਾਂ ਭੁਲਾਵਾ। ਜਦੋਂ ਤੁਸੀਂ ਖੁਦ ਨੂੰ ਮਿਟਾਤਾ, ਭੁਲਾਵਾ ਭੁਲੇਖਾ ਨਿਕਲ ਗਿਆ। ਗੁਰ ਨੇ ਮਨ ਹੀ ਮਹਿ ਪ੍ਰਗਟਾਇਆ ਜੀਓ। ਤੁਹਾਡੇ ਮਨ ਹੀ ਵਿੱਚੋਂ ਉਸ ਵਾਹਿਗੁਰੂ ਨੂੰ ਪ੍ਰਗਟ ਕਰ ਦੇਣਾ ਹੈ, ਤੇ ਜਿੱਥੇ ਤੁਹਾਡੇ ਸਾਰੇ ਮਨੋਰਥ ਪੂਰੇ, ਸਾਰੀਆਂ ਇੱਛਾਵਾਂ ਪੂਰੀਆਂ, ਜਿੱਥੇ ਸਰਬ ਸੁਖ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਮੰਗਲ ਕਲਿਆਣ ਨਿਦਾਨਾ, ਸੁਖ ਸਹਿਜ ਹਰ ਨਾਮ ਵਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜੀਓ। ਸਾਡੇ ਘਰ ਦੇ ਅੰਦਰ ਹੀ ਸਾਰੇ ਸੁੱਖ ਨੇ, ਪਰ ਸਾਨੂੰ ਲੈਣੇ ਨਹੀਂ ਆਉਂਦੇ। ਇੱਕ ਵਿਦਵਾਨ ਦੇ ਬੋਲ ਸੁਣੇ ਸੀ ਕਿ ਇਹ ਜਿਹੜੀ ਕੁਦਰਤ ਬਣਾਈ ਹੈ ਨਾ ਮਾਲਕ ਨੇ, ਇਹ ਬਣਾਈ ਤਾਂ ਸਾਡੇ ਵਾਸਤੇ ਹੀ ਹੈ। ਜਿਹੜੀ ਕੁਦਰਤ ਵਿੱਚ ਰੰਗ ਭਰੇ ਆ ਉਹ ਸਾਡੇ ਵਾਸਤੇ ਹੀ ਭਰੇ ਆ। ਜੇ ਹਵਾ ਹੈ ਸਾਡੇ ਵਾਸਤੇ ਹੈ, ਪਾਣੀ ਹੈ ਸਾਡੇ ਵਾਸਤੇ ਹੈ, ਬਨਸਪਤੀ ਹੈ ਸਾਡੇ ਵਾਸਤੇ ਹੈ। ਜੋ ਵੀ ਕੁਦਰਤ ਹੈ, ਕੁਦਰਤ ਵਿੱਚ ਜੋ 6 ਰੁੱਤਾਂ ਨੇ, ਇਹ ਵੀ ਸਾਡੇ ਲਈ ਬਣਾਈਆਂ ਸਨ। ਇਸ ਕੁਦਰਤ ਵਿੱਚ ਜੇ ਅਸੀਂ ਵੇਖਾਂਗੇ ਬੜੀਆਂ ਖੁਸ਼ੀਆਂ ਨੇ, ਬੜੀਆਂ ਖੁਸ਼ੀਆਂ ਨੇ, ਪਰ ਉਹ ਖੁਸ਼ੀਆਂ ਸਾਨੂੰ ਲੈਣੀਆਂ ਹੀ ਨਹੀਂ ਆ ਰਹੀਆਂ। ਕੁਦਰਤ ਵਿੱਚੋਂ ਖੁਸ਼ੀਆਂ ਸਾਨੂੰ ਮਿਲਦੀਆਂ ਨੇ, ਪਰ ਅਸੀਂ ਲੈਣ ਯੋਗੇ ਹੀ ਨਹੀਂ ਆ, ਕਿਉਂਕਿ ਅਸੀਂ ਤੇ ਨਫ਼ਰਤ ਨਾਲ ਭਰੇ ਆ, ਅਸੀਂ ਹੰਕਾਰ ਦੇ ਨਾਲ ਭਰੇ ਆ। ਛੋਟੀਆਂ ਛੋਟੀਆਂ ਖੁਸ਼ੀਆਂ ਸਾਡੇ ਆਸ-ਪਾਸ ਹੁੰਦੀਆਂ ਨੇ, ਪਰ ਸਾਨੂੰ ਉਹ ਮੰਨਣੀਆਂ ਨਹੀਂ ਆਉਂਦੀਆਂ, ਕਿਉਂਕਿ ਅਕਲ ਤੇ ਪਰਦਾ ਹੀ ਐਸਾ ਪਿਆ ਹੋਇਆ। ਜਦੋਂ ਹੀ ਅਕਲ ਤੋਂ ਪਰਦਾ ਉੱਠੇਗਾ, ਜਦੋਂ ਹੀ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ, ਜ਼ਿੰਦਗੀ ਆਨੰਦ ਦੇ ਰਸ ਨਾਲ ਭਰ ਜਾਏਗੀ, ਖੁਸ਼ੀਆਂ ਦੇ ਰਸ ਨਾਲ ਭਰ ਜਾਏਗੀ। ਇਸ ਲਈ ਮਹਾਰਾਜ ਕਹਿੰਦੇ ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਵਖਾਨਾ। ਜਿਨੇ ਹਰੀ ਦੇ ਨਾਮ ਦਾ ਵਖਿਆਨ ਕੀਤਾ, ਜਿਨੇ ਗੁਰੂ ਦੀ ਮੱਤ ਲੈ ਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕੀਤਾ, ਨਾਮ ਨੂੰ ਧਿਆਇਆ ਹੈ, ਆਨੰਦ ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਉਹ ਸਭ ਤੋਂ ਅਧਿਆਤਮਕ ਜਿਹੜੀ ਅਵਸਥਾ, ਉੱਚੀ ਅਵਸਥਾ, ਜਿੱਥੇ ਜਾ ਕੇ ਇਹ ਆਨੰਦ ਮਿਲਦਾ ਹੈ। ਮੰਗਲ ਖੁਸ਼ੀਆਂ, ਕਲਿਆਣ ਮੁਕਤੀ, ਨਿਧਾਨਾ ਖਜ਼ਾਨਾ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਆਨੰਦ ਦਾ ਖਜ਼ਾਨਾ ਮਿਲ ਜਾਂਦਾ ਹੈ, ਉਹਨਾਂ ਨੂੰ ਖੁਸ਼ੀਆਂ ਦਾ ਖਜ਼ਾਨਾ ਮਿਲ ਜਾਂਦਾ ਹੈ, ਉਹਨਾਂ ਨੂੰ ਮੁਕਤੀ ਦਾ ਖਜ਼ਾਨਾ ਮਿਲ ਜਾਂਦਾ ਹੈ, ਉਹਨਾਂ ਨੂੰ ਸੁੱਖ ਤੇ ਸਹਿਜ ਦਾ
ਖਜ਼ਾਨਾ ਮਿਲ ਜਾਂਦਾ ਹੈ। ਸਹਿਜ ਮਨੇ ਅਡੋਲਤਾ, ਫਿਰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਆਉਣ ਉਹ ਘਬਰਾਉਂਦੇ ਨਹੀਂ, ਉਹ ਡੋਲਦੇ ਨਹੀਂ, ਉਹ ਸਹਿਜ ਵਿੱਚ ਅਡੋਲ ਰਹਿੰਦੇ ਆ। ਇਹ ਸਾਰੇ ਦੇ ਸਾਰੇ ਖਜ਼ਾਨੇ ਕਿਹਨਾਂ ਨੂੰ ਮਿਲਦੇ ਆ? ਹਰ ਨਾਮ ਵਖਾਨਾ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਦੀ ਜਾਚ ਸਿੱਖ ਲਈ ਹੈ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਦੀ ਜਾਚ ਸਿੱਖ ਲਈ ਹੈ। ਅਸੀਂ ਸਿੱਖਣ ਆਏ ਆ ਨਾ ਗੁਰੂ ਸਾਹਿਬ ਕੋਲੋਂ, ਤੇ ਜਿਨ੍ਹਾਂ ਨੇ ਸਿੱਖ ਲਿਆ ਉਹਨਾਂ ਨੂੰ ਇਹ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜੀਓ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਸਭ ਕਹਿੰਦੇ ਘਰ ਮਹਿ, ਘਰ ਦੇ ਵਿੱਚ ਘਰ ਕਿਹੜਾ ਹੈ? ਆ ਸਰੀਰ ਘਰ ਹੈ, ਆ ਹਿਰਦਾ ਘਰ ਹੈ, ਜਾਂ ਪੂਰੇ ਦਾ ਪੂਰਾ ਸਰੀਰ ਇੱਕ ਘਰ ਹੈ। ਉਹਦੇ ਵਿੱਚ ਕਮਰੇ ਬਣੇ ਹੋਏ ਆ, ਆ ਦਿਮਾਗ ਵਾਲਾ ਕਮਰਾ ਬਣਿਆ, ਹਿਰਦਾ ਵਾਲਾ ਕਮਰਾ ਬਣਿਆ। ਇਹ ਕਮਰੇ ਨੇ, ਇਹਨਾਂ ਕਮਰਿਆਂ ਦੇ ਵਿੱਚ ਦੁੱਖ ਹੀ ਦੁੱਖ ਭਰਿਆ, ਦਿਮਾਗ ਵੀ ਅੰਦਰੋਂ ਕਲਾ ਕਲੇਸ਼ ਨਾਲ ਭਰਿਆ ਪਿਆ, ਤੇ ਹਿਰਦੇ ਵਿੱਚ ਜੀਵ ਆਤਮਾ ਵੀ ਕੁਮਲਾਈ ਪਈ ਹੈ। ਸਭ ਕਹਿੰਦੇ ਤੇਰੇ ਘਰ ਵਿੱਚ ਸੁੱਖ ਆਨੰਦ ਵਰਤ ਜਾਏਗਾ, ਤੇਰੇ ਘਰ ਵਿੱਚ ਅੰਦਰ ਛੱਡ ਤੇਰੇ ਬਾਹਰ ਵੀ ਸੁੱਖ ਵਰਤੇਗਾ, ਪਰ ਜਿਹੜਾ ਉਪਦੇਸ਼ ਦਿੱਤਾ ਉਹਨੂੰ ਪੱਲੇ ਬੰਨ ਲੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਉਪਦੇਸ਼ ਜਿਹੜਾ ਦਿੱਤਾ ਉਹਨੂੰ ਦ੍ਰਿੜ ਕਰ, ਉਹਨੂੰ ਪੱਕਾ ਪੱਲੇ ਆਪਣੇ ਬੰਨ ਲੈ ਕਿ ਮੈਂ ਗੁਰੂ ਦੇ ਉਪਦੇਸ਼ ਅਨੁਸਾਰ ਹੀ ਜਿਉਣਾ ਹੈ, ਮੈਂ ਗੁਰੂ ਦੀ ਮੱਤ ਦੇ ਅਨੁਸਾਰ ਹੀ ਜਿਉਣਾ ਹੈ। ਤੇ ਗੁਰੂ ਦੀ ਮੱਤ ਕਹਿੰਦੀ ਹੈ ਕਿ ਉਹ ਰੱਖਣਹਾਰ ਪਰਮੇਸ਼ਵਰ ਅਕਾਲ ਪੁਰਖ ਇੱਕੋ ਹੀ ਹੈ। ਧਰ ਜੀਅਰ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਜ। ਬੇਗਾਨੀਆਂ ਆਸਾਂ ਲਾ ਕੇ ਇੱਕ ਤੇ ਆਸ ਰੱਖ ਲੈ, ਇੱਕ ਤੇ ਭਰੋਸਾ ਰੱਖ ਲੈ, ਤੇਰੇ ਘਰ ਵਿੱਚ ਸੁੱਖ ਹੀ ਸੁੱਖ ਵਰਤੇਗਾ। ਜਦੋਂ ਗੁਰੂ ਦੀ ਮੱਤ ਲੈ ਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਘਰ ਮੈਂ ਆਇਆ ਜੀਓ। ਘਰ ਵਿੱਚ ਕੌਣ ਆ ਗਿਆ? ਕਹਿੰਦੇ ਨੇ ਉਸ ਮਾਲਕ ਨੇ ਜਦੋਂ ਕਿਰਪਾ ਕੀਤੀ ਤੇ ਆਨੰਦ ਮੰਗਲ ਕਲਿਆਣ ਸੂਖ ਸਹਿਜ ਇਹ ਸਾਰੇ ਦੇ ਸਾਰੇ ਖਜ਼ਾਨੇ ਘਰ ਵਿੱਚ ਆ ਗਏ। ਕਿੱਦਾਂ ਆ ਗਏ? ਜਦੋਂ ਹੋਏ ਕਿਰਪਾਲ ਸੁਆਮੀ ਆਪਣਾ ਨਾਉ, ਨਾਨਕ ਘਰ ਮੈਂ ਆਇਆ ਜੀਓ। ਸੁਆਮੀ ਮਾਲਕ ਨੇ ਤੁਰੁੱਠ ਕੇ ਜਦੋਂ ਆਪਣਾ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੱਤਾ। ਅਸੀਂ ਗੁਰੂ ਦੀ ਮੱਤ ਲੈ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਨਾ ਸ਼ੁਰੂ ਕਰੀਏ, ਜਪਣਾ ਸ਼ੁਰੂ ਕਰੀਏ, ਧਿਆਉਣਾ ਸ਼ੁਰੂ ਕਰੀਏ, ਆਰਾਧਨਾ ਸ਼ੁਰੂ ਕਰੀਏ। ਤੇ ਜਿਵੇਂ ਜਿਵੇਂ ਅਸੀਂ ਆਰਾਧਦੇ ਜਾਵਾਂਗੇ ਤਿਵੇਂ ਤਿਵੇਂ ਮਾਲਕ ਦੀ ਕਿਰਪਾ ਹੋਏਗੀ। ਇੱਕ ਦਿਨ ਫਿਰ ਇਹ ਸਾਡੇ ਅੰਦਰ ਹਿਰਦੇ 'ਚ ਵਸ ਜਾਏਗਾ, ਤੇ ਜਿੱਦਣ ਹਿਰਦੇ ਵਿੱਚ ਵਸ ਗਿਆ ਉਸ ਦਿਨ ਫਿਰ ਸਾਰੇ ਦੁੱਖ ਚਿੰਤਾਵਾਂ ਕਲਾ ਕਲੇਸ਼ ਸਾਡੀ ਜ਼ਿੰਦਗੀ ਤੋਂ ਬਾਹਰ ਆ ਜਾਣਗੇ। ਇਹ ਤਾਂ ਹੀ ਬਾਹਰ ਆਉਣਗੇ। ਹੁਣ ਬਿਮਾਰੀ ਤਾਂ ਹੀ ਬਾਹਰ ਆਏਗੀ ਜੇ ਦਵਾਈ ਅੰਦਰ ਜਾਏਗੀ। ਜੇ ਦਵਾਈ ਅੰਦਰ ਨਹੀਂ ਗਈ ਤੇ ਬਿਮਾਰੀ ਬਾਹਰ ਕਿੱਥੋਂ ਆਏਗੀ? ਇਸੇ ਤਰ੍ਹਾਂ ਬਾਣੀ ਅੰਦਰ ਜਾਏਗੀ ਤਾਂ ਦੁੱਖ ਬਾਹਰ ਆਉਣਗੇ, ਰੋਗ ਬਾਹਰ ਆਉਣਗੇ, ਚਿੰਤਾਵਾਂ ਬਾਹਰ। ਹੁਣ ਬਾਣੀ ਅੰਦਰ ਤਾਂ ਜਾ ਹੀ ਨਹੀਂ ਪਾ ਰਹੀ। ਇਹ ਕਦੋਂ ਜਾਏਗੀ? ਜਦੋਂ ਉਹ ਕਿਰਪਾ ਦਾ ਮਾਲਕ ਸਾਡੇ ਉੱਤੇ ਕਿਰਪਾ ਕਰੇਗਾ। ਫਿਰ ਜਿਹਦੇ ਮਨ ਤੇ ਤਨ ਵਿੱਚ ਵਸ ਜਾਂਦਾ ਹੈ ਉਹਦੀ ਜੈ ਜੈਕਾਰ ਵੀ ਪੂਰੀ ਦੁਨੀਆ ਵਿੱਚ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੈ ਸਭ ਕੋਈ। ਫਿਰ ਸਾਰੀ ਉਹਦੀ ਜੈ ਜੈਕਾਰ ਕਿਉਂ ਕਰਦੇ ਆ? ਕਿਉਂਕਿ ਇਹਦੀ ਮਿਹਨਤ ਸਫਲ ਹੋ ਗਈ, ਇਹਦੀ ਘਾਲਣਾ ਸਫਲ ਹੋ ਗਈ, ਇਹਦੇ ਹਿਰਦੇ ਵਿੱਚ ਨਾਮ ਵਸ ਗਿਆ। ਜਾਂ ਇਹਨੇ ਖੁਦੀ ਮਿਟੀ ਚੂਕਾਂ ਭੁਲਾਵਾ, ਇਹਨੇ ਅੰਦਰੋਂ ਭੁਲੇਖਾ ਮੁਕਾ ਕੇ ਖੁਦ ਨੂੰ ਮਿਟਾ ਕੇ ਖੁਦਾ ਨੂੰ ਪਾ ਲਿਆ। ਉਹਦੀ ਫਿਰ ਜੈ ਜੈਕਾਰ ਹੁੰਦੀ ਹੈ ਪੂਰੀ ਦੁਨੀਆ 'ਚ। ਸਤਿਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ ਭਗਤ ਦਾ ਜੀਵਨ ਅੱਗੇ ਰੱਖ ਕੇ ਯਤਨ ਕੀਤਾ ਹੈ ਕਿ ਗੁਰੂ ਘਰ ਆਓ, ਗੁਰੂ ਦਰ ਆਓ, ਤੇ ਇੱਥੇ ਆ ਕੇ ਆਪਣਾ ਆਪਾ ਮਿਟਾ ਕੇ ਖੁਦ ਨੂੰ ਮਿਟਾ ਕੇ ਖੁਦਾ ਦੇ ਰੰਗ ਵਿੱਚ ਰੰਗ ਜਾਓ। ਤੁਹਾਡਾ ਗੁਰੂ ਘਰ ਆਉਣਾ ਮੁਬਾਰਕ ਹੋ ਜਾਏਗਾ। ਅਰਦਾਸ ਕਰੀਏ,
ਕਿ ਮਾਲਕ ਜੀ ਆਸ ਰੱਖ ਕੇ ਆਏ ਆ, ਸਾਡੀ ਇਹ ਆਸ ਪੂਰੀ ਕਰ ਦਿਓ। ਭਗਤੀ ਦੇ ਜਾਗ ਲਾਉਣ ਆਏ ਆ, ਭਗਤੀ ਦੇ ਰੰਗ ਰੰਗਣ ਵਿੱਚ ਆਏ ਆ, ਇਹ ਕਿਰਪਾ ਕਰ ਦਿਓ। ਤੁਹਾਡੇ ਦਰ ਤੇ ਆਇਆ, ਭਗਤੀ ਦਾ ਜਾਗ ਲੱਗ ਜਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਇਹ ਅਰਦਾਸ ਕਰੀਏ ਤਾਂ ਕਿ ਸਾਡੇ ਮਨ ਦਾ ਮਨੋਰਥ ਪੂਰਾ ਹੋਵੇ। ਭਗਤੀ ਦਾ ਜਾਗ ਲਾ ਕੇ ਆਪਣੇ ਆਪ ਨੂੰ, ਖੁਦ ਨੂੰ ਮਿਟਾ ਕੇ ਖੁਦਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਸਕੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੋਹਿਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਬਾਣੀ ਦੇ ਧਾਰਨੀ ਬਣੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਆਨੰਦ ਮੰਗਲ ਕਲਿਆਣ ਨਿਦਾਨਾ, ਸੁਖ ਸਹਿਜ ਹਰ ਨਾਮ ਵਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।